ਸ਼ਲੋਕ ਮਹਿਲਾ ਤੀਜਾ। ਕਲਮ ਜਲਉ ਸਣ ਮਸਵਾਣੀਐ, ਕਾਗਦ ਭੀ ਜਲ ਜਾਉ। ਲਿਖਣ ਵਾਲਾ ਜਲ ਬਲਉ, ਜਿਨ ਲਿਖਿਆ ਦੂਜਾ ਭਾਉ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨ ਕਰਨਾ ਜਾਇ। ਮਹਿਲਾ ਤੀਜਾ। ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਨਾਨਕ ਬਿਨ ਨਾਮੈ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਪੌੜੀ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਣਿਆਉ ਹੈ ਧਰਮ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜੋ ਬਚਨ ਆਪ ਜੀ ਸਰਵਣ ਕਰ ਰਹੇ ਹੋ, ਇਹਦੇ ਅੰਦਰ ਜ਼ਿਕਰ ਆਇਆ ਹੈ ਕਲਮ ਦਾ, ਇਹਦੇ ਅੰਦਰ ਜ਼ਿਕਰ ਆਇਆ ਸਿਆਹੀ ਦਾ। ਗੁਰਮਤਿ ਨੇ ਇੱਕ ਸੋਚ ਦਿੱਤੀ ਕਿ ਹਰ ਮਨੁੱਖ ਹੀ ਰੱਬ ਦੀ ਕੀਰਤੀ ਕਰ ਸਕਦਾ ਹੈ। ਕਲਮ ਵਾਲਾ ਮਨੁੱਖ ਵੀ ਰੱਬ ਦੀ ਕੀਰਤੀ ਕਰ ਸਕਦਾ ਹੈ, ਕਿਰਪਾਨ ਵਾਲਾ ਮਨੁੱਖ ਵੀ ਰੱਬ ਦੀ ਕੀਰਤੀ ਕਰ ਸਕਦਾ ਹੈ, ਹਲ ਵਾਹੁਣ ਵਾਲਾ ਮਨੁੱਖ ਵੀ ਰੱਬ ਦੀ ਕੀਰਤੀ ਕਰ ਸਕਦਾ ਹੈ, ਦੁਕਾਨ ਕਰਨ ਵਾਲਾ ਮਨੁੱਖ ਵੀ ਰੱਬ ਦੀ ਕੀਰਤੀ ਕਰ ਸਕਦਾ ਹੈ। ਕਲਮ ਦਾ ਬਹੁਤ ਵੱਡਾ ਯੋਗਦਾਨ ਹੈ ਮਨੁੱਖ ਦੀ ਜ਼ਿੰਦਗੀ ਅੰਦਰ। ਉਹ ਦਿਨ ਬਹੁਤ ਵਡਭਾਗੀ ਹੋਵੇਗਾ ਜਿਸ ਦਿਨ ਕਿਤੇ ਮਨੁੱਖ ਦੇ ਹੱਥ ਵਿੱਚ ਕਲਮ ਆਈ ਹੋਏਗੀ। ਕਲਮ ਦੇ ਨਾਲ ਆਪਾਂ ਜ਼ਿੰਦਗੀ ਦੇ ਅੰਦਰ ਇਸ ਸਮਾਜ ਨੂੰ ਸੁਧਾਰਨ ਦੇ ਲਈ ਬਹੁਤ ਕੁਝ ਕਰ ਸਕਦੇ ਹਾਂ। ਜ਼ਰੂਰੀ ਨਹੀਂ ਕਿ ਮੈਦਾਨੇ ਜੰਗ ਦੇ ਅੰਦਰ ਕਿਰਪਾਨ ਦੇ ਨਾਲ ਜਾਂ ਤਲਵਾਰ ਦੇ ਨਾਲ ਹੀ ਕ੍ਰਾਂਤੀ ਲਿਆਂਦੀ ਜਾ ਸਕਦੀ ਜਾਂ ਸੰਘਰਸ਼ ਲੜੇ ਜਾ ਸਕਦੇ ਨੇ। ਕਲਮ ਦੇ ਨਾਲ ਵੀ ਸੰਘਰਸ਼ ਲੜਿਆ ਜਾ ਸਕਦਾ ਹੈ। ਖਾਸ ਕਰਕੇ ਜਿਸ ਯੁੱਗ ਵਿੱਚ ਅੱਜ ਆਪਾਂ ਵਿਚਰ ਰਹੇ ਹਾਂ, ਅੱਜ ਕਲਮ ਦਾ ਯੁੱਗ ਹੈ। ਇੱਕ ਗੱਲ ਆਪਾਂ ਗੁਰੂ ਦਾ ਇਤਿਹਾਸ ਸੁਣਾਉਂਦੇ ਹਾਂ ਭੁੱਲ ਜਾਂਦੇ ਹਾਂ। ਸਤਿਗੁਰੂ ਜੀ ਦਾ ਜੋ ਕਿਰਪਾਨ ਵਾਲਾ ਪੱਖ ਨੂੰ ਬੜੇ ਜ਼ੋਰਦਾਰ ਸ਼ਬਦਾਂ 'ਚ ਆਪਾਂ ਲੋਕਾਂ 'ਚ ਪੇਸ਼ ਕਰਦੇ, ਬੜੇ ਜਜ਼ਬਾਤੀ ਢੰਗ ਨਾਲ ਪੇਸ਼ ਕਰਦੇ, ਕਰਨਾ ਚਾਹੀਦਾ ਹੈ। ਕਿਉਂਕਿ ਸਤਿਗੁਰੂ ਜੀ ਨੇ ਕਿਰਪਾਨ ਦੇ ਨਾਲ ਬੜੀ ਵੱਡੀ ਕ੍ਰਾਂਤੀ ਲਿਆਂਦੀ ਸੀ। ਕਿਰਪਾਨ ਔਰੰਗਜ਼ੇਬ ਕੋਲ ਵੀ ਸੀ, ਕਿਰਪਾਨ ਸਤਿਗੁਰੂ ਜੀ ਦੇ ਕੋਲ ਸੀ। ਸਤਿਗੁਰੂ ਜੀ ਦੀ ਕਿਰਪਾਨ ਰੱਬ ਦੇ ਗੁਣ ਗਾਉਂਦੀ ਸੀ। ਸਤਿਗੁਰੂ ਜੀ ਦੀ ਕਿਰਪਾਨ ਗਰੀਬਾਂ ਨੂੰ ਜੀਦਾਨ ਦਿੰਦੀ ਸੀ, ਗਰੀਬਾਂ ਦੀ ਰੱਖਿਆ ਕਰਦੀ ਸੀ। ਜੇਕਰ ਕਿਰਪਾਨ ਗਰੀਬਾਂ ਦੀ ਰੱਖਿਆ ਲਈ ਚੱਲ ਰਹੀ ਤੇ ਉਹ ਰੱਬ ਦੇ ਗੁਣ ਹੀ ਗਾ ਰਹੀ ਹੈ। ਰੱਬ ਦਾ ਫਰਜ਼ ਹੈ ਗਰੀਬਾਂ ਨੂੰ ਨਿਵਾਜਣਾ। ਜੇ ਕਿਰਪਾਨ ਨਾਲ ਕੋਈ ਗਰੀਬਾਂ ਨੂੰ ਨਿਵਾਜ ਰਿਹਾ ਤੇ ਰੱਬ ਦੇ ਗੁਣ ਹੀ ਗਾ ਰਹੀ ਹੈ। ਸਤਿਗੁਰੂ ਜੀ ਨੇ ਕਿਰਪਾਨ ਨਾਲ ਤੇ ਸੰਘਰਸ਼ ਕੀਤਾ, ਉਹ ਪੱਖ ਸਾਨੂੰ ਯਾਦ ਹੈ। ਲੇਕਿਨ ਸਤਿਗੁਰੂ ਜੀ ਨੇ ਜੋ ਕਲਮ ਦੇ ਨਾਲ ਕ੍ਰਾਂਤੀ ਲਿਆਂਦੀ, ਉਹ ਪੱਖ ਆਪਾਂ ਦੁਨੀਆ ਦੇ ਸਾਹਮਣੇ ਰੱਖ ਨਹੀਂ ਸਕੇ, ਨਾ ਰੱਖਣ ਦਾ ਜੇ ਯਤਨ ਕਰ ਰਹੇ ਹਾਂ। ਜੇ ਕਲਮ ਨਾ ਹੁੰਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਨਾ ਹੁੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਮ ਸੀ, ਭਾਈ ਗੁਰਦਾਸ ਜੀ ਦੀ ਕਲਮ ਚੱਲੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਹੋ ਸਕੀ ਹੈ। ਗੁਰਬਾਣੀ ਕਲਮ ਦੇ ਰਾਹੀਂ ਲਿਖੀ ਗਈ ਹੈ। ਭਗਤਾਂ ਕੋਲ ਕਲਮ ਸੀ ਤੇ ਉਹਨਾਂ ਨੇ ਅੱਜ ਤੱਕ ਇਨਕਲਾਬੀ ਬਚਨ ਸਾਡੇ ਤੱਕ ਪਹੁੰਚਾ ਦਿੱਤੇ ਨੇ। ਕਿਰਪਾਨ ਦੀ ਗੱਲ ਵੀ ਤਾਂ ਹੀ ਸਾਡੇ ਤੱਕ ਪਹੁੰਚੀ ਜੇਕਰ ਕਲਮ ਸੀ। ਇਹ ਠੀਕ ਹੈ ਕਿ ਸਤਿਗੁਰੂ ਜੀ ਦੇ ਹੱਥ ਵਿੱਚ ਕਲਮ ਸੀ, ਉਹਨਾਂ ਨੇ ਅਧਿਆਤਮਕ ਪੱਖ ਤੋਂ ਗੁਰਬਾਣੀ ਸਾਡੇ ਤੱਕ ਪਹੁੰਚਾ ਦਿੱਤੀ। ਗੁਰਸਿੱਖ ਕਲਮ ਨਾਲੋਂ ਟੁੱਟ ਗਿਆ। ਜੇ ਕਿਤੇ ਗੁਰਸਿੱਖ ਦੇ ਹੱਥ ਵਿੱਚ ਵੀ ਕਲਮ ਹੁੰਦੀ ਨਾ, ਮਾਫ ਕਰਨਾ, ਸਾਡਾ ਇਤਿਹਾਸ ਸਾਡੇ ਤੱਕ ਪਹੁੰਚ ਜਾਂਦਾ। ਸਾਡਾ ਇਤਿਹਾਸ ਗੈਰਾਂ ਨੇ ਲਿਖਿਆ ਆਪਣੀ ਕਲਮ ਦੇ ਨਾਲ। ਕਿਸੇ ਨੇ ਪੱਖਪਾਤ ਦੇ ਨਾਲ ਲਿਖਿਆ, ਕਿਸੇ ਈਰਖਾ ਦੇ ਨਾਲ ਲਿਖਿਆ। ਅਸੀਂ ਕਲਮ ਨੂੰ ਛੱਡ ਬੈਠੇ। ਅੱਜ ਵੀ ਕਲਮ ਦੀ ਲੋੜ ਹੈ, ਕਲਮਾਂ ਵਾਲਿਆਂ ਦੀ ਲੋੜ ਹੈ। ਅੱਜ ਜੇ ਦੁਨੀਆ ਦੇ ਉੱਪਰ ਖਾਲਸਾ ਜੀ ਕੇ ਬੋਲਵਾ ਵੱਲੇ ਆਪਾਂ ਕਰਨੇ ਆ ਤੇ ਇਹ ਗੱਲ ਚੇਤੇ ਰੱਖਣੀ ਪਏਗੀ ਕਿ ਕਲਮ ਨਾਲ ਅੱਗੇ ਵਧਣਾ ਪਏਗਾ। ਕੌਮਾਂ ਨੂੰ ਕਲਮ ਦੇ ਨਾਲ ਜਮਾਰਿਆ ਜਾ ਰਿਹਾ ਹੈ। ਕਿਰਪਾਨ ਦੇ ਨਾਲ ਜੰਗਾਂ ਨਹੀਂ ਜਿੱਤੀਆਂ ਜਾਣਗੀਆਂ। ਇਹਦਾ ਮਤਲਬ ਇਹ ਨਹੀਂ ਕਿ ਕਿਰਪਾਨ ਛੱਡਣੀ ਹੈ।
ਕਲਮ ਦੇ ਨਾਲ ਅੱਗੇ ਵਧਣ ਦੀ ਗੱਲ ਹੈ। ਗੁਰੂ ਬਾਬਾ ਜੀ ਨੇ ਗੱਲ ਕਲਮ ਦੀ ਕੀਤੀ ਹੈ। ਗੁਰਬਾਣੀ ਵਿੱਚ ਕਲਮ ਦਾ ਜ਼ਿਕਰ ਵਾਰ-ਵਾਰ ਆਇਆ ਹੈ। ਸਤਿਗੁਰੂ ਜੀ ਨੇ ਇੱਥੇ ਗੱਲ ਕੀ ਕਿ ਜੇਕਰ ਕਲਮ ਰੱਬ ਦੇ ਗੁਣ ਗਾਉਣ ਲਈ ਨਹੀਂ ਵਰਤੀ ਜਾਂਦੀ, ਜੇ ਕਲਮ ਰੱਬ ਦਾ ਲੇਖਾ ਜੋਖਾ ਲਿਖਣ ਲਈ ਨਹੀਂ ਵਰਤੀ ਜਾਂਦੀ, ਉਹ ਕਲਮ ਸੜ ਜਾਣੀ ਚਾਹੀਦੀ ਹੈ। ਗੱਲ ਕਲਮ ਦੀ ਨਹੀਂ ਹੈ। ਜਿਹੜੀ ਵੀ ਚੀਜ਼ ਸਾਨੂੰ ਰੱਬ ਦੇ ਪਿਆਰ ਨਾਲੋਂ ਟੁੱਟਦੀ ਹੈ, ਤੋੜਦੀ ਹੈ। ਦੇਖੋ ਕੁਝ ਕਲਮਾਂ ਉਹ ਨੇ ਜਿਹੜੀਆਂ ਕਲਮਾਂ ਸਮਾਜ ਦੇ ਸੁਧਾਰ ਦੀ ਗੱਲ ਕਰਦੀਆਂ ਨੇ, ਜਿਹੜੀਆਂ ਕਲਮਾਂ ਨੌਜਵਾਨਾਂ ਨੂੰ ਚੰਗੀ ਸੇਧ ਦਿੰਦੀਆਂ ਨੇ, ਜਿਹੜੀਆਂ ਕਲਮਾਂ ਲੋਕਾਂ ਦੇ ਵਿੱਚ ਚੰਗੀਆਂ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਦੀਆਂ ਨੇ, ਤੇ ਕੁਝ ਉਹ ਕਲਮਾਂ ਹੁੰਦੀਆਂ ਨੇ ਜਿਹੜੀਆਂ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਰਬਾਦ ਵੀ ਕਰ ਦਿੰਦੀਆਂ ਨੇ। ਅਜਿਹੀਆਂ ਕਲਮਾਂ ਚੱਲਦੀਆਂ ਨੇ ਜਿਹੜੀਆਂ ਨੌਜਵਾਨਾਂ ਨੂੰ ਜ਼ਿੰਦਗੀ ਦੇ ਗਲਤ ਮਾਰਗ ਤੇ ਪਾ ਦਿੰਦੀਆਂ ਨੇ। ਗੰਦੇ ਨਾਵਲ ਵੀ ਤੇ ਕਲਮਾਂ ਨਾਲ ਹੀ ਲਿਖੇ ਜਾਂਦੇ ਨੇ, ਗੰਦੀਆਂ ਕਿਤਾਬਾਂ ਵੀ ਤੇ ਕਲਮਾਂ ਨਾਲ ਲਿਖੀਆਂ ਜਾਂਦੀਆਂ ਨੇ। ਗੁਰਬਾਣੀ ਕਹਿੰਦੀ ਜੇ ਕਲਮ ਆ ਗਈ ਹੈ ਤੇਰੇ ਹੱਥ ਵਿੱਚ, ਕਲਮ ਦੇ ਨਾਲ ਉਹ ਕੁਝ ਲਿਖ ਜਿਹਦੇ ਨਾਲ ਸਮਾਜ ਦਾ ਸੁਧਾਰ ਹੋ ਸਕੇ। ਕਲਮੇ ਦੇ ਨਾਲ ਉਹ ਲਿਖ ਜਿਹਦੇ ਨਾਲ ਲੋਕਾਂ ਨੂੰ ਜ਼ਿੰਦਗੀ ਵਿੱਚ ਚਾਨਣ ਮਿਲ ਸਕੇ। ਕਲਮ ਦੇ ਨਾਲ ਹਨੇਰਾ ਨਹੀਂ ਵੰਡਣਾ, ਕਲਮ ਦੇ ਨਾਲ ਚਾਨਣ ਵੰਡਣੇ। ਜੇ ਕਲਮ ਦੇ ਨਾਲ ਚਾਨਣ ਵੰਡਿਆ ਜਾ ਰਿਹਾ ਤੇ ਕਲਮ ਵੀ ਸਿਮਰਨ ਬਣ ਜਾਂਦੀ ਹੈ। ਮਾਲਾ ਫੇਰਨ ਵਾਲੇ ਨਾਲੋਂ ਉਹ ਕਲਮ ਵਾਲਾ 1000 ਗੁਣਾ ਚੰਗਾ ਹੈ ਜਿਹੜਾ ਕਲਮ ਦੇ ਨਾਲ ਸਮਾਜ ਸੁਧਾਰ ਦੀ ਗੱਲ ਕਰਦਾ ਹੈ, ਸਮਾਜ ਦੀ ਸੇਵਾ ਦੀ ਗੱਲ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਉੱਥੇ ਜਾ ਕੇ ਗੱਲ ਕੀ, ਧਨ ਸੂ ਕਾਗਜ਼ ਕਲਮ ਧਨ, ਧਨ ਕਰਨੀ ਧਨ ਸਾਰ ਧਨ। ਸਤਿਗੁਰੂ ਜੀ ਕਹਿੰਦੇ ਉਹ ਕਲਮ ਧਨ ਹੈ, ਉਹ ਕਾਗਜ਼ ਧਨ ਹੈ, ਉਹ ਲਿਖਾਰੀ ਧਨ ਹੈ, ਜਿਹਦੇ ਰਾਹੀਂ ਪ੍ਰਮਾਤਮਾ ਦੇ ਨਾਮ ਦੀ ਗੱਲ ਹੁੰਦੀ ਹੈ। ਬਾਬਾ ਨਾਨਕ ਜੀ ਜਦੋਂ ਪਾਠਸ਼ਾਲਾ ਵਿੱਚ ਪੜ੍ਹਨ ਦੇ ਲਈ ਗਏ, ਸਤਿਗੁਰੂ ਜੀ ਨੂੰ ਪਾਂਧਾ ਲੇਖੇ ਜੋਖੇ ਦੀ ਗੱਲ ਸਮਝਾਉਣ ਲੱਗਾ ਤੇ ਸਤਿਗੁਰੂ ਜੀ ਕਹਿਣਗੇ ਪਾਂਧਾ ਜੀ ਕਲਮ ਦੇ ਨਾਲ ਤੁਸੀਂ ਇਹ ਲੇਖਾ ਤੇ ਲਿਖੀ ਜਾ ਰਹੇ, ਸਿਖਾ ਰਹੇ, ਉਹ ਲੇਖਾ ਵੀ ਲਿਖੋ। ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਦਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ ਲਿਖੰਤ ਨ ਪਾਰਾਵਾਰ। ਜੇ ਲਿਖਣਾ ਤੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਗੱਲ ਲਿਖ, ਜਿਹਨੂੰ ਆਪਾਂ ਸਿਮਰਨ ਕਹਿੰਦੇ ਆ। ਸਿਮਰਨ ਆਪਾਂ ਗੁਰ ਮੰਤਰ ਨੂੰ ਯਾਦ ਕਰਨ ਨੂੰ ਜ਼ਿਆਦਾ ਤਰਾਮ ਕਹਿੰਦੇ ਆ, ਭਾਗਾਂ ਵਾਲੇ ਨੇ ਜਿਹੜੇ ਕਰਦੇ ਨੇ ਜੀ ਸਦਕੇ ਕਰਨ। ਪਰ ਗੁਰ ਮੰਤਰ ਨੂੰ ਪੜ੍ਹਨਾ ਹੀ ਸਿਮਰਨ ਨਹੀਂ ਹੈ। ਜੇਕਰ ਕੋਈ ਕਲਮ ਦੇ ਨਾਲ ਮਨੁੱਖਤਾ ਦੀ ਸੇਵਾ ਕਰਿਆ ਤੇ ਉਹ ਕਲਮ ਨਾਲ ਸਿਮਰਨ ਕਰ ਰਿਹਾ। ਜੇਕਰ ਕੋਈ ਤਲਵਾਰ ਨਾਲ ਮਨੁੱਖਤਾ ਦੀ ਸੇਵਾ ਕਰਿਆ ਤੇ ਤਲਵਾਰ ਨਾਲ ਹੀ ਉਹਦੀ ਤਲਵਾਰ ਹੀ ਮਾਲਾ ਬਣ ਗਈ ਹੈ। ਇਸ ਕਰਕੇ ਗੁਰੂ ਬਾਬਾ ਜੀ ਨੇ ਗੱਲ ਕਲਮ ਦੀ ਕੀਤੀ ਹੈ ਕਿ ਜੇ ਕਲਮ ਚਲਾਉਂਦੇ ਆ ਆਪਾਂ ਮਨੁੱਖਤਾ ਦੀ ਸੇਵਾ ਨਹੀਂ ਕਰ ਸਕੇ। ਜੇ ਕਲਮ ਸਾਡੀ ਜ਼ਿੰਦਗੀ ਦੇ ਅੰਦਰ ਗਲਤ ਮਾਰਗ ਤੇ ਤੁਰ ਪਈ ਹੈ, ਜ਼ਿੰਦਗੀ ਦੇ ਅੰਦਰ ਰੱਬ ਨਾਲੋਂ ਤੋੜਨ ਦੀ ਗੱਲ ਲੋਕਾਂ ਨੂੰ ਕਰ ਰਹੀ ਹੈ ਜਾਂ ਲੋਕਾਂ ਦਾ ਜੀ ਘਾਤ ਕਰਨ ਦੀ ਗੱਲ ਕਰਦੀ ਹੈ, ਉਹ ਕਲਮ ਸੜ ਜਾਣੀ ਚਾਹੀਦੀ ਹੈ। ਉਸ ਕਲਮ ਦੀ ਕੋਈ ਲੋੜ ਨਹੀਂ ਹੈ, ਉਹ ਕਲਮ ਕੋਈ ਕਦਰ ਕੀਮਤ ਨਹੀਂ ਰੱਖਦੀ। ਸਤਿਗੁਰੂ ਜੀ ਨੇ ਕਲਮਾਂ ਵਾਲਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਸਾਨੂੰ ਵੀ ਜ਼ਿੰਦਗੀ 'ਚ ਹੱਥ 'ਚ ਕਲਮ ਫੜਨ ਦੀ ਪ੍ਰੇਰਣਾ ਕਰਦਿਆਂ ਹੋਇਆਂ ਕਿ ਕਲਮ ਤੋਂ ਬਿਨਾਂ ਕੌਮਾਂ ਦੀ ਜ਼ਿੰਦਗੀ ਨਹੀਂ ਬਣਦੀ, ਕਲਮ ਤੋਂ ਬਿਨਾਂ ਸਮਾਜ ਦਾ ਸੁਧਾਰ ਨਹੀਂ ਹੁੰਦਾ। ਜੋ ਬਚਨ ਅੱਜ ਦੇ ਮੁੱਖ ਵਾਕ ਰਾਹੀਂ ਬੜੇ ਗਿਆਨਮਈ ਕਹੇ ਨੇ, ਆਓ ਆਪਾਂ ਇਕਾਗਰ ਚਿੱਤ ਹੋ ਕੇ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ 'ਚ ਜੁੜੀਏ ਜੀ। ਰਸਨਾ ਨੂੰ ਪਵਿੱਤਰ ਕਰਨ ਦੇ ਲਈ ਇੱਕ ਵੇਰਾ ਸਾਰੇ ਹੀ ਮੁਖ ਤੋਂ ਉਚਾਰਨ ਕਰੀਏ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਕਲਮ ਜਲਉ ਸਣ ਮਸਵਾਣੀਐ, ਕਾਗਦ ਭੀ ਜਲ ਜਾ। ਗੁਰੂ ਅਮਰਦਾਸ ਜੀ ਦੇ ਇਹ ਬਚਨ ਨੇ। ਸਾਹਿਬ ਜੀ ਕਹਿੰਦੇ ਉਹ ਕਲਮ, ਉਹ ਸਿਆਹੀ ਵਾਲੀ ਦੁਆਤ ਤੇ ਉਹ ਕਾਗਜ਼ ਸੜ ਜਾਣਾ ਚਾਹੀਦਾ ਹੈ। ਜਿਸ ਕਲਮ ਦੇ ਰਾਹੀਂ ਕਾਗਜ਼ ਦੇ ਉੱਪਰ ਸਿਆਹੀ ਦੇ ਰਾਹੀਂ ਰੱਬ ਦੇ ਨਾਮ ਦੀ ਸਿਫਤ ਸਲਾਹ ਨਹੀਂ ਲਿਖੀ ਗਈ, ਜਿਹਦੇ ਰਾਹੀਂ ਪਰਉਪਕਾਰ ਦੀ ਗੱਲ ਨਹੀਂ ਲਿਖੀ ਗਈ, ਉਹ ਕਲਮ ਸੜ ਜਾਣੀ ਚਾਹੀਦੀ ਹੈ। ਲਿਖਣ ਵਾਲਾ ਜਲ ਬਲਉ, ਜਿਨ ਲਿਖਿਆ ਦੂਜਾ ਭਾਵ। ਉਹ ਲਿਖਣ ਵਾਲਾ ਵੀ ਸੜ ਜਾਣਾ ਚਾਹੀਦਾ ਹੈ, ਜਿਨੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਨ ਤੋਂ ਬਿਨਾਂ ਹੋਰ ਕੋਈ ਗੱਲ ਲਿਖੀ ਹੈ। ਸਤਿਗੁਰੂ ਜੀ ਨੇ ਉਸ ਦੁਨੀਆ ਦੀ ਹਰ ਚੀਜ਼ ਤੋਂ ਸਾਨੂੰ ਉੱਚੇ ਉੱਠਣ ਦੀ ਗੱਲ ਕੀ, ਜਿਹੜੀ ਸਾਨੂੰ ਵਾਹਿਗੁਰੂ ਨਾਲੋਂ ਜਾਂ ਐਵੇਂ ਕਹਿ ਲਓ ਜ਼ਿੰਦਗੀ ਦੀਆਂ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਰੋਕਦੀ ਹੈ। ਪਰਮਾਤਮਾ ਕੀ ਹੈ? ਪਰਮਾਤਮਾ ਕੋਈ ਮਨੁੱਖ ਨਹੀਂ ਹੈ। ਪਰਮਾਤਮਾ ਤਾਂ ਸਰਵ ਵਿਆਪਕ ਹੈ। ਜੇ ਪਰਮਾਤਮਾ ਦੀ ਗੱਲ ਸਮਝਣੀ ਹੋਏ ਤਾਂ ਇੱਕ ਬੜੀ ਸੋਹਣੀ ਐਗਜ਼ਾਮਪਲ ਹੈ। ਤੁਸੀਂ ਕਿਤੇ ਤੁਰੇ ਜਾ ਰਹੇ ਆ, ਬੜੇ ਬਿਪਤਾ 'ਚ ਪੈ ਗਏ, ਤੁਸੀਂ ਕੋਈ ਤੁਹਾਡੀ ਮਦਦ ਨਹੀਂ ਕਰ ਰਿਹਾ, ਬੜੇ ਦੁੱਖ 'ਚ ਪੈ ਗਏ, ਅਚਨਚੇਤ ਕੋਈ ਬੌੜਦਾ ਤੁਹਾਡੀ ਹੈਲਪ ਕਰਦਾ, ਤੁਸੀਂ ਬਚ ਜਾਂਦੇ, ਸਹੀ ਸਲਾਮਤ ਘਰ ਆ ਜਾਂਦੇ ਤੇ ਘਰ ਵਿੱਚ ਬੈਠ ਕੇ ਫਿਰ ਚਰਚਾ ਕਰਦੇ ਕਿ ਬਚਣ ਦਾ ਰਾਹ ਕੋਈ ਨਹੀਂ ਸੀ। ਇੱਕ ਬੰਦਾ ਆ, ਕੋਈ ਪ੍ਰਮਾਤਮਾ ਵਰਗਾ ਸੀ,
ਉਹ ਤੇ ਪ੍ਰਮਾਤਮਾ ਹੀ ਬਣ ਕੇ ਆ ਗਿਆ। परमात्मा की है दया, परमात्मा की है प्यार, परमात्मा की है सत संतोख, ये गुण ही परमात्मा ने। वाहिगुरु जी का सिमरन करन दा भाव केवल ये नहीं कि आपां वाहिगुरु वाहिगुरु करांगे ते वाहिगुरु दे विच लिवलीन हो जावांगे, करन वाले वडभागी ने। पर वाहिगुरु वाहिगुरु जां राम राम करन दा अर्थ यह है कि उस परमात्मा नूं याद करदे हां, वो परमात्मा दे गुण साडे विच आ जाण। परमात्मा दयालु है, असीं भी दयालु हो जाइए। जिवें सारा दिन माला ही फेरदा पर अंदरों हंकार दे नाल भरिया होया ते मेरा सिमरन किस लेखे है। जिवें सारा दिन माला ही फेरदा अंदर ईरखा नाल भरिया होया ते मेरा सिमरन किस अर्थ है। सिमरन दा अर्थ हुंदा याद, अपने अंदर याद वसा लैणी। मुख तो किसी मंत्र नूं वार-वार याद करना सिमरनी, ये अभ्यास है, ये जाप है। सिमरन दा अर्थ अंदर अपनी याद अंदर बिठा लैणी। आपां किसी नूं याद करदे हां, ਉਹਨੂੰ ਮਾਲਾ ਲੈ ਕੇ ਨਹੀਂ ਯਾਦ ਕਰਦੇ, ਉਹਦੇ ਗੁਣ ਸਾਨੂੰ ਯਾਦ ਨੇ ਕਿ ਕਿੰਨਾ ਚੰਗਾ ਸੀ, ਕਿੰਨਾ ਪਿਆਰ ਮਿਲਦਾ ਸੀ, ਕਿੰਨੇ ਪਿਆਰ ਨਾਲ। ਇਹ ਯਾਦ ਹੈ, ਇਹ ਸਿਮਰਨ ਹੈ। ਬਸ ਐਵੇਂ ਗੁਰਬਾਣੀ ਰਾਹੀਂ, ਗੁਰੂ ਕੇ ਗਿਆਨ ਰਾਹੀਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਅੰਦਰ ਉਤਾਰ ਲੈਣਾ, ਧਾਰਨ ਕਰ ਲੈਣਾ, ਇਹ ਸਿਮਰਨ ਹੈ। ਗੁਰੂ ਬਾਬਾ ਜੀ ਕਹਿੰਦੇ ਕਿ ਜਿਹੜੀਆਂ ਰੀਤਾਂ ਸਾਨੂੰ ਵਾਹਿਗੁਰੂ ਦੇ ਪਿਆਰ ਨਾਲੋਂ ਤੋੜਦੀਆਂ ਨੇ, ਉਹ ਤਿਆਗ ਦੇਣੀਆਂ ਚਾਹੀਦੀਆਂ ਨੇ। ਸਤਿਗੁਰੂ ਜੀ ਦਾ ਇੱਕ ਬਚਨ ਕਿ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ। ਕੇਵਲ ਕਲਮ ਨਹੀਂ, दुनिया की वो हर चीज हर रीत साड़ दिओ जिहड़ी सानू परमात्मा तो तोड़दी है, जिहड़ी साडे अंदर हंकार पैदा करदी है, जिहड़ी सानू रब तो दूर ले जाती है। जिहड़ी भी चीज सानू रब दे नेड़े ले जाए, गुरमत ने किसी चीज नू माड़ा नहीं किया। दुनिया ने धार्मिक जगत अंदर कहा जी माया माड़ी छड़ दिओ, जां ये घर माड़े ने दुखां दे घर ने छड़ दिओ, जां परिवार माड़ा छड़ दिओ, घर नू छड़ के भजना शुरू कर दिता लोगों ने। लेकिन गुरमत ने गल नहीं कही। गुरबाणी कहती माया नहीं माड़ी, तुहानू माया वरतन की जांच नहीं आई। जे माया वाहिगुरु जी ने दे दी है, माया नाल तुसी गरीबां दी रोगियां दी मदद कर रहे हो, समाज की सेवा करे, माया तो एक बंदगी बन गई, माया तो सिमरन बन गई। जे इस माया दे राही तुसी मनुखता की सेवा करते हो, माया तो परोपकार का साधन बन गई। इस करके गुरमत की एक अजिही सोच है कि दुनिया की कोई भी चीज माड़ी नहीं, जिहड़ी रब ने बनाई कोई भी चीज माड़ी नहीं। जे माड़ी हुंदी ते परमात्मा बनाउंदा ही ना, उहनूं आखो सतनाम श्री वाहिगुरू। परमात्मा ने कुछ भी माड़ा नहीं बनाया और दुनिया ने विकारां नूं माड़ा किया। लेकिन सतगुरु जी दा एक बंद रोज पढ़दे, कुर्बान कीता तिसे विटों जिन मोह मीठा लाया, उन्हां मोह नूं भी मिठिया कहता है कि कुर्बान ओहदे उत्ते जिन्हां मोह बना दिता है। एक सोच है तुहाडी, दृष्टिकोण है। जे तुसीं चाहो हर चीज ही तुहाडे लई भगती दा कारण बन सकदी है, हर चीज ही बंदगी का कारण बन सकती है। ते जिन्हें नहीं ना जुड़ना, माफ करना, गुरुद्वारे आके भी हंकार ही पाली जाते हैं। गुरुद्वारे आके भी नहीं जुड़ता, उत्थे भी आके लड़ाई करी जाएगा, झगड़ा करी जाएगा, हंकार पाली जाएगा। जिन्हें जुड़ना उन्हें जंगल च भी बैठ के जुड़ जाना है। इस करके सतगुरु जी कहते ओ कलम, ओ स्याही, ओ लिखारी, ओ कागज सड़ जाना चाहिए ਜਿਹੜਾ ਸਾਡੇ ਅੰਦਰ ਰੱਬ ਨਾਲੋਂ ਟੁੱਟਣ ਦੀ ਗੱਲ ਪੈਦਾ ਕਰਦਾ ਹੈ, ਜਿਹਦੇ ਰਾਹੀਂ ਹੋਰ ਭਾਉ ਦੀ ਦੂਜੇ ਪਾਸੇ ਦੀ ਗੱਲ ਕੀਤੀ ਜਾਂਦੀ ਹੈ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨ ਕਰਨਾ ਜਾਏ। ਸਤਿਗੁਰੂ ਜੀ ਕਹਿੰਦੇ ਭਾਈ ਦਰਅਸਲ ਗੱਲ ਇਹ ਹੈ ਕਿ ਜੋ ਪੂਰਬਲੇ ਸਾਡੇ ਲੇਖ ਨੇ, ਪੂਰਬ ਦੇ ਲੇਖ ਦਾ ਅਰਥ ਕਿ ਅੱਜ ਤੋਂ ਪਹਿਲਾਂ ਜੋ ਕੁਝ ਅਸੀਂ ਕੀਤਾ, ਜੋ ਕੰਮ ਅਸੀਂ ਕਰਦੇ ਹਾਂ, ਇੱਕ ਵੇਰਾਂ ਕਰਦੇ, ਦੋ ਵੇਰਾਂ ਕਰਦੇ ਹਾਂ, सहजे सहजे वो कम साडी आदत बन जाते। वो आदत जो वार वार काम करते हो साडे संस्कार बन जाते हैं। पूर्वले करन दा अर्थ संस्कार ही है। जो काम असीं वार वार करिए ना, वो काम साडे अंदर प्रिंटड हो जाता है, साडे अंदर उकरिया जाता है। बस उस अनुसार साडा सुभाव बन जाता है, असीं उहदे अधीन ही काम करते हैं। गुरु बाबा जी कहते कि जिहड़ा दूजे भाव की गल लिख रहा है ना, दरअसल ਉਹਦੇ ਸੰਸਕਾਰ ਹੀ ਇਹੋ ਜਿਹੇ ਬਦਲੇ ਨਹੀਂ ਜਾ ਸਕਦੇ ਜਲਦੀ। ਸੰਸਕਾਰਾਂ ਨੂੰ ਬਦਲਣ ਲਈ ਕੁਝ ਯਤਨ ਕਰਨਾ ਪੈਂਦਾ ਹੈ। ਇਸ ਕਰਕੇ ਉਹਨੇ ਲਿਖਾਰੀ ਨੇ ਆਪਣੇ ਪੂਰਬਲੇ ਕਰਮ ਅਨੁਸਾਰ, ਸੁਭਾਅ ਅਨੁਸਾਰ, ਸੰਸਕਾਰਾਂ ਅਨੁਸਾਰ ਇਹ ਕੁਝ ਲਿਖ ਦਿੱਤਾ ਹੈ। ਹੋਰ ਕੋਈ ਉਹਦਾ ਕਸੂਰ ਨਹੀਂ ਹੈ। ਵਾਹਿਗੁਰੂ ਮਿਹਰ ਕਰੇ ਸਾਨੂੰ ਜ਼ਿੰਦਗੀ ਅੰਦਰ ਇਹੋ ਜਿਹੇ ਲੋਕ ਮਿਲਣ ਜਿਹੜੇ ਸੱਚ ਦੀ ਗੱਲ ਲਿਖਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪੜ੍ਹੀ, ਇੱਕ ਬੜੀ ਪਿਆਰੀ ਕਥਾ ਹੁੰਦੀ ਹੈ। सतगुरु जी का एक मुंशी सी। कलम किन्हां दे हत्थ च हुंदी जदों आपां गुरबाणी पढ़दे हां? पहली गल कलम लिखारी दे हत्थ च हुंदी, जिहड़ा किताबां लिखदा है, लेख लिखदा है, कविता लिखदा है। ये बहुत वड्डी समाज की सेवा कर सकदा है जे चाहे तां। समाज दे विच क्रांति लिया सकदियां ने कलमां। कलमां ने क्रांति लिआंदी जदों लिआंदी है।
ਦੂਜੇ ਨੰਬਰ ਤੇ ਕਲਮ ਹੁੰਦੀ ਜੱਜ ਦੇ ਹੱਥ ਵਿੱਚ। ਕਲਮ ਸੀ ਕਾਜੀ ਦੇ ਹੱਥ ਵਿੱਚ, ਸਾਹਿਬਜ਼ਾਦਿਆਂ ਦੇ ਵਿਰੁੱਧ ਨੇ ਫਤਵਾ ਲਿਖ ਦਿੱਤਾ। ਜੱਜ ਸੀ ਨਾ, ਅੱਜ ਦੇ ਜੱਜ ਵੀ ਜਿਹੜੇ ਨੇ ਕਲਮਾਂ ਨੇ ਉਹਨਾਂ ਦੇ ਹੱਥ ਵਿੱਚ। ਲੇਕਿਨ ਉਹ ਕਲਮ ਹੀ ਕਿਸੇ ਮਨੁੱਖ ਨੂੰ ਫਾਹੇ ਲਾ ਦਿੰਦੀ ਹੈ, ਉਹ ਕਲਮ ਹੀ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਮੁਕਤ ਕਰ ਦਿੰਦੀ ਹੈ। ਇੱਕ ਜੱਜ ਦੇ ਹੱਥ ਵਿੱਚ ਕਲਮ ਹੁੰਦੀ ਹੈ, ਹਾਕਮਾਂ ਦੇ ਹੱਥ ਵਿੱਚ ਕਲਮ ਹੁੰਦੀ ਹੈ। ਜਦੋਂ ਇਹ ਕਲਮ ਰੱਬ ਦੇ ਭਾਉ ਤੋਂ ਬਿਨਾਂ ਚੱਲਦੀ ਹੈ, ਉਦੋਂ ਮਨੁੱਖਤਾ ਦਾ ਨੁਕਸਾਨ ਕਰਦੀ ਹੈ, ਉਦੋਂ ਸਮਾਜ ਦਾ ਨੁਕਸਾਨ ਕਰਦੀ ਹੈ। ਸਮਾਜ ਦੇ ਵਿੱਚ ਚੰਗੀਆਂ ਕਲਮਾਂ ਵਾਲਿਆਂ ਦੀ ਲੋੜ ਹੈ। ਅੱਜ ਕਲਮਾਂ ਵੀ ਗਲਤ ਹੱਥਾਂ ਵਿੱਚ ਚਲੀਆਂ ਗਈਆਂ। ਆਪਾਂ ਸੋਚਦੇ ਕਿ ਸਮਾਜ ਦਾ ਸੁਧਾਰ ਕਿਵੇਂ ਹੋਏ। ਉਹਦਾ ਇੱਕੋ ਇੱਕ ਕਾਰਨ ਕਿ ਚੰਗੀਆਂ ਕਲਮਾਂ ਵਾਲੇ ਪੈਦਾ ਕਰੀਏ। ਦੇਖੋ ਗੌਰਮੈਂਟਾਂ ਜਿਹੜੀਆਂ ਨੇ ਅੱਜ ਜਿਨ੍ਹਾਂ ਨੂੰ ਆਪਾਂ ਚੁਣਦੇ 5 ਸਾਲਾਂ ਬਾਅਦ, ਇਹ ਗੌਰਮੈਂਟਾਂ ਨਹੀਂ ਹੁੰਦੀਆਂ। ਗੌਰਮੈਂਟਾਂ ਤੇ ਉਹਨਾਂ ਦੇ ਹੱਥ 'ਚ ਨੇ ਜਿਨ੍ਹਾਂ ਦੇ ਹੱਥ 'ਚ ਕਲਮਾਂ ਨੇ, ਜਿਹੜੇ ਜੱਜ ਬਣ ਕੇ ਬੈਠੇ ਹੋਏ ਨੇ। ਕਲਮਾਂ ਉਹਨਾਂ ਦੇ ਹੱਥ ਵਿੱਚ ਨੇ, ਉਹਨਾਂ ਨੇ ਕਲਮ ਚਲਾਉਣੀ ਹੈ। ਕਿਸੇ ਵੀ ਕੌਮ ਦੇ ਬੋਲ ਬਾਲੇ ਦਾ ਸਾਧਨ ਇਹ ਹੁੰਦਾ ਹੈ ਕਿ ਕੌਮ ਨੂੰ ਐਜੂਕੇਟ ਕੀਤਾ ਜਾਏ। ਜੇ ਅੱਜ ਆਪਾਂ ਚਾਹੁੰਦੇ ਕਿ ਧਰਤੀ ਤੇ ਖਾਲਸਾ ਜੀ ਕੇ ਬੋਲ ਬਾਲੇ ਹੋਣ, ਉਹਦਾ ਇੱਕੋ ਇੱਕ ਸਾਧਨ ਆਪਣੇ ਬੱਚੇ ਨੂੰ ਐਜੂਕੇਟ ਕਰੀਏ, ਉਹਨਾਂ ਨੂੰ ਇੰਨਾ ਪੜ੍ਹਾਈਏ, ਉਹ IPS ਅਫਸਰ ਬਣ, ਉਹ ਚੰਗੇ ਚੰਗੇ ਜੱਜ ਬਣ ਜਾਣ, ਉਹ ਚੰਗੇ ਚੰਗੇ ਵਕੀਲ ਬਣ ਜਾਣ, ਚੰਗੀਆਂ ਕਲਮਾਂ ਵਾਲੇ ਅੱਗੇ ਆਉਣ, ਸਮਾਜ ਦਾ ਆਪੇ ਸੁਧਾਰ ਹੋਣਾ ਸ਼ੁਰੂ ਹੋ ਜਾਏਗਾ। ਮਾਫ ਕਰਨਾ ਜੇ ਆਪਾਂ ਕੀ ਇਕੱਲਾ ਬੈਠ ਕੇ ਮਾਲਾ ਫੇਰਿਆ, ਮਾਲਾ ਫੇਰਨਾ ਮੁਬਾਰਕ ਹੈ, ਪਰ ਕਲਮ ਵੀ ਮਾਲਾ ਬਣ ਜਾਂਦੀ ਜੇਕਰ ਚੰਗੇ ਬੰਦੇ ਦੇ ਹੱਥ 'ਚ ਆ ਜਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਸੰਸਕਾਰ ਪੈਦਾ ਹੋ ਗਏ। ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਇੱਕ ਮੁਨਸੀ ਸੀ, ਭਾਈ ਆਸਾ ਸਿੰਘ ਜੀ। ਇੱਕ ਵਾਰੀ ਇੱਕ ਗਰੀਬ ਸਿੱਖ ਆਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ। ਸਤਿਗੁਰੂ ਜੀ ਬਾਹਰ ਗਏ ਹੋਏ ਸਨ। ਕਹਿਣ ਲੱਗਾ ਮੇਰੀ ਬੱਚੀ ਦੀ ਸ਼ਾਦੀ ਹੈ, 500 ਰੁਪਈਆ ਚਾਹੀਦਾ ਹੈ, ਜੇ ਮਦਦ ਮਿਲ ਜਾਏ ਮੈਂ ਆਪਣੀ ਬੱਚੀ ਦਾ ਕਾਰਜ ਕਰ ਲਵਾਂਗਾ। ਗਰੀਬ ਸੀ, ਉਹਨੇ ਬੇਨਤੀ ਕੀਤੀ। ਭਾਈ ਆਸਾ ਸਿੰਘ ਜੀ ਦੇ ਮਨ 'ਚ ਤਰਸ ਆ ਗਿਆ। ਉਹਨੇ ਸਤਿਗੁਰੂ ਜੀ ਨੂੰ ਬਿਨਾਂ ਪੁੱਛਿਆ ਉਹ ਪੈਸੇ ਦੇ ਦਿੱਤੇ, ਪਰਉਪਕਾਰ ਕਰ ਦਿੱਤਾ। ਇੱਕ ਹੁੰਡੀ ਲਿਖ ਦਿੱਤੀ ਕਿਸੇ ਦੇ ਨਾਲ, ਜਿਵੇਂ ਅੱਜ ਕੱਲ ਆਪਾਂ ਚੈੱਕ ਕੱਟ ਦਿੰਦੇ ਹਾਂ। ਉਹ ਸਿੱਖ ਤਾਂ ਲੈ ਕੇ ਚਲਿਆ ਗਿਆ। ਬਾਅਦ ਵਿੱਚ ਭਾਈ ਆਸਾ ਸਿੰਘ ਜੀ ਡਰ ਗਏ ਕਿ 500 ਰੁਪਈਆ ਉਹਨਾਂ ਦਿਨਾਂ 'ਚ ਬੜੀ ਵੱਡੀ ਗੱਲ ਸੀ ਕਿ ਮੈਂ ਸਤਿਗੁਰੂ ਜੀ ਨੂੰ ਪੁੱਛਿਆ ਨਹੀਂ ਹੈ, ਲਿਖ ਦਿੱਤਾ ਹੈ, ਸਤਿਗੁਰੂ ਜੀ ਨਾਰਾਜ਼ ਹੋਣਗੇ। ਇੰਨਾ ਡਰ ਗਏ ਭਾਈ ਆਸਾ ਸਿੰਘ ਜੀ, ਡਰਦੇ ਭੱਜ ਗਏ ਕਿ ਸਤਿਗੁਰੂ ਜੀ ਨਾਰਾਜ਼ ਨਾ ਹੋਣ। ਗੁਰੂ ਕਲਗੀਧਰ ਜੀ ਨੂੰ ਪਤਾ ਲੱਗ ਗਿਆ। ਸਤਿਗੁਰੂ ਜੀ ਨੇ ਇੱਕ ਚਿੱਠੀ ਲਿਖੀ ਜਿਸ ਤੇ ਭਾਈ ਆਸਾ ਸਿੰਘ ਜੀ ਗਏ ਸਨ। ਪਿੰਡ ਵਾਲੇ ਲੋਕਾਂ ਨੂੰ ਕਹਿਣ ਲੱਗੇ ਕਿ ਇਸ ਚੋਰ ਨੂੰ ਫੜ ਕੇ ਸਾਡੇ ਕੋਲ ਲਿਆਓ। ਜਦੋਂ ਚਿੱਠੀ ਉੱਥੇ ਪਹੁੰਚੀ ਤੇ ਇੱਕ ਚਿੱਠੀ ਭਾਈ ਆਸਾ ਸਿੰਘ ਜੀ ਨੇ ਲਿਖੀ। ਉਹਦੇ ਵਿੱਚ ਚਿੱਠੀ 'ਚ ਜਿਹੜੀਆਂ ਗੱਲਾਂ ਲਿਖੀਆਂ, ਮਹਾਰਾਜ ਜੀ ਤੁਸੀਂ ਮੇਰੇ ਹੱਥ ਵਿੱਚ ਕਲਮ ਫੜਾਈ ਸੀ ਨਾ, ਤੇ ਕਲਮ ਮੈਨੂੰ ਨਿਤ ਇੱਕ ਗੱਲ ਕਹਿੰਦੀ ਸੀ, ਮੁਖ ਮੇਰੋ ਕਾਰਾ ਕਰੇ ਕਰਤ ਨਾ ਪਰ ਉਪਕਾਰ। ਜਿਹੜਾ ਬੰਦਾ ਮੇਰਾ ਮੂੰਹ ਕਾਲਾ, ਜਦੋਂ ਆਪਾਂ ਲਿਖਦੇ ਕਲਮ ਦੇ ਨਾਲ, ਕਲਮ ਦੇ ਮੂੰਹ ਤੇ ਸਿਆਹੀ ਲਾਉਨੇ ਕਾਲੀ ਹੋ ਜਾਂਦੀ, ਫਿਰ ਲਿਖਦੇ ਆ। ਕਲਮ ਕਹਿੰਦੀ ਸੀ ਕਿ ਜਿਹੜਾ ਮੇਰਾ ਮੂੰਹ ਕਾਲਾ ਕਰਕੇ ਲਿਖਦਾ ਤੇ ਪਰਉਪਕਾਰ ਦੀ ਗੱਲ ਨਹੀਂ ਨਾ ਲਿਖਦਾ, ਉਹਦਾ ਦਰਗਾਹ 'ਚ ਮੁਖ ਕਾਲਾ ਕਰਾਂਗੀ ਮੈਂ, ਉਹਦਾ ਅਗਲੀ ਦਰਗਾਹ 'ਚ ਮੁਖ ਕਾਲਾ ਹੋਏਗਾ। ਕਲਮ ਹਮੇਸ਼ਾ ਇਹ ਕਲਮ ਵਾਲੇ ਨੂੰ ਕਹਿੰਦੀ ਹੈ ਕੁਝ। ਇਹ ਗੱਲ ਵੱਖਰੀ ਕਿ ਕਲਮ ਵਾਲਾ ਸੁਣੇ ਜਾਂ ਨਾ ਸੁਣੇ। ਜਿਨ੍ਹਾਂ ਨੇ ਕਲਮ ਦੇ ਨਾਲ ਚੰਗਿਆਈ ਨਹੀਂ ਲਿਖੀ, ਰੱਬ ਦੇ ਪਿਆਰ ਦੀ, ਮਨੁੱਖਤਾ ਦੀ ਸੇਵਾ ਦੀ ਗੱਲ ਨਹੀਂ ਲਿਖੀ, ਉਹਨਾਂ ਦਾ ਹਮੇਸ਼ਾ ਮੂੰਹ ਕਾਲਾ ਹੀ ਹੁੰਦਾ, ਉਹਨਾਂ ਨੂੰ ਕਾਲੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਨ੍ਹਾਂ ਨੇ ਇਹ ਕੁਝ ਲਿਖ ਦਿੱਤਾ ਹੈ, ਉਹਨਾਂ ਦੇ ਸੰਸਕਾਰ ਸਨ ਲਿਖ ਦਿੱਤਾ ਹੈ। ਹੋਰ ਤੇ ਕੋਈ ਸਾਧਨ ਨਹੀਂ ਹੈ। ਇੱਕੋ ਸਾਧਨ ਕਿ ਆਪਾਂ ਨੂੰ ਜੇ ਜ਼ਿੰਦਗੀ ਅੰਦਰ ਕਲਮ ਮਿਲੇ ਤੇ ਪਰਉਪਕਾਰ ਦੀ ਗੱਲ ਲਿਖੀਏ, ਮਨੁੱਖਤਾ ਦੀ ਸੇਵਾ ਦੀ ਗੱਲ ਲਿਖੀਏ। ਮਹਿਲਾ ਤੀਜਾ ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਸਤਿਗੁਰੂ ਗੁਰੂ ਅਮਰਦਾਸ ਜੀ ਬਚਨ ਕਹਿ ਰਹੇ ਨੇ ਇਸ ਸ਼ਲੋਕ ਰਾਹੀਂ ਕਿ ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ, ਵਾਹਿਗੁਰੂ ਜੀ ਦੇ ਪਿਆਰ ਦਾ ਅਰਥ ਹੈ, ਦੇਖੋ ਵਾਹਿਗੁਰੂ ਜੀ ਤਾਂ ਸਰਬ ਵਿਆਪਕ ਹੈ। ਪਰਮਾਤਮਾ ਕੋ ਵੱਖਰੇ ਕਿਸੇ ਪਹਾੜ ਤੇ ਜਾਂ ਪੂਰਬ ਜਾਂ ਪੱਛਮ ਵਿੱਚ ਨਹੀਂ ਬੈਠਾ ਹੋਇਆ। ਸਿਆਣੇ ਕਹਿੰਦੇ ਕਿ ਪਰਮਾਤਮਾ ਦੀ ਸੇਵਾ ਜਿਹੜੀ ਕਰਨੀ ਹੈ ਉਹ ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ। ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ। ਜੇ ਪਰਮਾਤਮਾ ਦਾ ਪਿਆਰ ਲੈਣਾ ਹੈ ਤੇ ਜ਼ਿੰਦਗੀ 'ਚ ਕਦੀ ਕਿਸੇ ਦਾ ਦਿਲ ਨਾ ਦੁਖਾਈਏ। ਬਾਬਾ ਫਰੀਦ ਸਾਹਿਬ ਜੀ ਦਾ ਬਚਨ, ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਂ ਦਾ। ਜੇ ਉਸ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਸਿੱਖ ਹੈ, ਭੁੱਖ ਹੈ, ਤੇ ਕਦੀ ਕਿਸੇ ਦਾ ਦਿਲ ਨਾ ਦਿਖਾਈ। ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ। ਹਰ ਮਨੁੱਖ ਦਾ ਹਿਰਦਾ ਅਮੋਲਕ ਮੋਤੀ ਹੈ। ਗੁਰਬਾਣੀ ਦਾ ਵੀ ਬਚਨ ਹੈ ਕਿ ਜੇ ਪਰਮਾਤਮਾ ਦੀ ਰਹਿਮਤ ਲੈਣੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ। ਇਹ ਸੰਸਾਰ 'ਚ ਰਹਿੰਦਿਆਂ ਸੇਵਾ ਕਰਨੀ ਹੈ। ਪਰਮਾਤਮਾ ਦੀ ਸੇਵਾ ਕੀ ਹੈ? ਮਨੁੱਖਤਾ ਦੀ ਸੇਵਾ, ਲੋੜਵੰਦਾਂ ਦੀ ਸੇਵਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਐਸ ਦੁਨੀਆ 'ਚ ਰਹਿੰਦਿਆਂ ਕੂੜ ਪੜਨਾ,
ਕੂੜ ਪੜਨਾ ਦਾ ਅਰਥ ਹੈ ਕਿ ਰੱਬ ਦੇ ਪਿਆਰ ਤੋਂ ਬਿਨਾਂ ਹੋਰ ਕੁਝ ਪੜੀ ਜਾਣਾ ਜੋ ਸਾਨੂੰ ਰੱਬ ਨਾਲੋਂ ਤੋੜਦਾ ਹੈ। ਇਹ ਸਭ ਮਾਇਆ ਦੇ ਨਾਲ ਹੀ ਪਿਆਰ ਪਾਉਂਦਾ ਹੈ, ਸਾਡੇ ਅੰਦਰ ਕੋਈ ਰੱਬ ਦਾ ਪਿਆਰ ਪੈਦਾ ਨਹੀਂ ਕਰਦਾ। ਕੂੜ ਬੋਲਣਾ ਤੇ ਜੋ ਆਪਾਂ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਜਾਂ ਮਨੁੱਖਤਾ ਦੀ ਸੇਵਾ ਤੋਂ ਬਿਨਾਂ ਬੋਲਦੇ, ਇਹ ਵੀ ਕੂੜਾ ਹੀ ਹੈ, ਝੂਠਾ ਹੀ ਹੈ। ਕੂੜਾ ਦਾ ਅਰਥ ਇਹ ਹੈ ਕਿ ਇਹ ਸਾਨੂੰ ਜ਼ਿੰਦਗੀ ਅੰਦਰ ਸੁੱਖ ਨਹੀਂ ਦਿੰਦਾ। ਸਤਿਗੁਰੂ ਜੀ ਨੇ ਇੱਕ ਥਾਂ ਤੇ ਬਚਨ ਕਿਹਾ, ਸਾਡੀ ਵਾਰ ਅੰਦਰ ਕੂੜ, ਰਾਜਾ ਕੂੜ, ਪ੍ਰਜਾ ਕੂੜ, ਸਭ ਸੰਸਾਰ। ਕੂੜੇ ਦਾ ਅਰਥ ਹੈ ਕਿ ਜਿਹੜੀ ਚੀਜ਼ ਸਾਡੇ ਆਤਮਿਕ ਜੀਵਨ 'ਚ ਕੰਮ ਨਹੀਂ ਆ ਸਕਦੀ। ਉਵੇਂ ਇਹ ਸਾਨੂੰ ਦੇਖਣ ਨੂੰ ਨਜ਼ਰ ਆਉਂਦੇ ਨੇ, ਇਹਨਾਂ ਦੀ ਹੋਂਦ ਹੈ, ਪਰ ਇਹਨਾਂ ਦਾ ਸਾਡੀ ਜ਼ਿੰਦਗੀ ਅੰਦਰ ਸਾਨੂੰ ਆਤਮਿਕ ਸੁੱਖ ਕੋਈ ਨਹੀਂ ਹੈ। ਜ਼ਿੰਦਗੀ ਦਾ ਮਨੋਰਥ ਹੈ ਸੁੱਖ ਮੰਨਣਾ। ਸਾਹਿਬ ਕਹਿੰਦੇ ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ ਹੋਰ ਜੋ ਵੀ ਕੂੜਾ ਆਪਾਂ ਬੋਲਦੇ ਹਾਂ, ਲਿਖਦੇ ਹਾਂ, ਇਹ ਸਾਨੂੰ ਮਾਇਆ ਦੇ ਪਿਆਰ 'ਚ ਜੋੜਦਾ, ਪਰਮਾਤਮਾ ਤੋਂ ਬਿਨਾਂ ਹੋਰ ਪਿਆਰ ਵਿੱਚ ਜੋੜਦਾ। ਜਦੋਂ ਆਪਾਂ ਪਰਮਾਤਮਾ ਤੋਂ ਬਿਨਾਂ ਹੋਰ ਬੰਨੇ ਜਾਂਦੇ ਹਾਂ, ਸਤਿਗੁਰੂ ਜੀ ਦਾ ਇੱਕ ਬਚਨ ਕਿ ਦੋਏ ਭਾਏ ਵਿਗੁਚੀਏ ਗਲ ਪਈ ਸੋ ਜਮ ਕੀ ਫਾਸ। ਦੂਜੇ ਭਾਉ 'ਚ ਪੈ ਕੇ ਹਮੇਸ਼ਾ ਵਿਗੋਚੇ 'ਚ ਜਾਈਦਾ, ਗਲ 'ਚ ਜਮਨ ਦੀ ਫਾਹੀ ਪੈਂਦੀ ਹੈ। ਇਸ ਕਰਕੇ ਸਾਹਿਬ ਕਹਿੰਦੇ ਇਹ ਤੇ ਮਾਇਆ ਨਾਲ ਪਿਆਰ ਵਾਉਣ ਵਾਲੀ ਗੱਲ ਹੈ। ਨਾਨਕ ਬਿਨ ਨਾਮੈ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਸਤਿਗੁਰੂ ਜੀ ਕਹਿੰਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਥਿਰ ਨਹੀਂ ਹੈ। ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾ ਕੋਈ ਵੀ ਚੀਜ਼ ਤੁਹਾਨੂੰ ਸੁੱਖ ਦੇਣ ਵਾਲੀ ਨਹੀਂ ਹੈ, ਨਾਲ ਨਿਭਣ ਵਾਲੀ ਨਹੀਂ ਹੈ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਹੋਰ ਕੁਝ ਪੜਨ ਵਾਲੀ। ਦੇਖੋ ਗੁਰਮਤ ਨੇ ਪੜਨ ਤੋਂ ਨਹੀਂ ਰੋਕਿਆ, ਪੜਨਾ ਬਹੁਤ ਜ਼ਰੂਰੀ ਹੈ। ਗੁਰਮਤ ਨੇ ਕਲਮ ਫੜਨ ਤੋਂ ਨਹੀਂ ਰੋਕਿਆ, ਕਲਮ ਬਹੁਤ ਜ਼ਰੂਰੀ ਹੈ। ਉਸ ਕਲਮ ਤੋਂ ਰੋਕਿਆ ਜਿਹੜੀ ਕਲਮ ਮਨੁੱਖਤਾ ਦਾ ਘਾਤ ਕਰਦੀ ਹੈ, ਉਹ ਕਲਮ ਸੜ ਜਾਣੀ ਚਾਹੀਦੀ ਹੈ। ਇੱਥੇ ਉਸ ਪੜਨ ਤੋਂ ਰੋਕਿਆ ਜਿਹੜਾ ਪੜਨਾ ਸਾਨੂੰ ਸਾਡੇ ਅੰਦਰ ਹੰਕਾਰ ਪੈਦਾ ਕਰਦਾ ਹੈ। ਪੜਨਾ ਬੜੀ ਚੰਗੀ ਗੱਲ ਹੈ। ਸਤਿਗੁਰੂ ਜੀ ਨੇ ਪੜ੍ਹਿਆਂ ਦੀ ਵਡਿਆਈ ਕੀਤੀ ਹੈ। ਗੁਰੂ ਸਾਹਿਬਾਨ ਦਾ ਇਤਿਹਾਸ ਵੀ ਪੜੋ, ਗੁਰਬਾਣੀ ਪੜੋ, ਪੜ੍ਹਿਆਂ ਦੀ ਸਤਿਗੁਰੂ ਜੀ ਨੇ ਤਾਰੀਫ ਕੀਤੀ ਹੈ। ਸਤਿਗੁਰੂ ਜੀ ਪੜ੍ਹਿਆਂ ਦੇ ਬੜੇ ਕਦਰਦਾਨ ਸਨ, ਕਿਉਂਕਿ ਪੜ੍ਹਨਾ ਜ਼ਿੰਦਗੀ ਅੰਦਰ ਬੜਾ ਜ਼ਰੂਰੀ ਹੈ। ਅੱਜ ਦੀ ਜ਼ਿੰਦਗੀ ਅੰਦਰ ਹੋਰ ਵੀ ਜ਼ਰੂਰੀ ਹੈ। ਜੇਕਰ ਤੁਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਜਾਣਨਾ ਤਾਂ ਵੀ ਪੜ੍ਹਨਾ ਬਹੁਤ ਜ਼ਰੂਰੀ ਹੈ। ਕਿੰਨੀਆਂ ਬੋਲੀਆਂ ਗੁਰਬਾਣੀ ਅੰਦਰ, ਅਰਬੀ ਹੈ, ਫਾਰਸੀ ਹੈ, ਸੰਸਕ੍ਰਿਤ ਹੈ, ਮਰਾਠੀ ਹੈ, ਬੰਗਾਲੀ ਹੈ, ਰਾਜਸਥਾਨੀ ਹੈ, ਪੋਠੋਹਾਰੀ ਹੈ, ਲਹਿੰਦੀ ਹੈ, ਹੋਰ ਬੜੀਆਂ ਬੋਲੀਆਂ ਨੇ। ਉਹਨਾਂ ਬੋਲੀਆਂ ਨੂੰ ਜਾਣਨ ਲਈ ਪੜੋਗੇ ਤੇ ਤਾਂ ਹੀ ਆਏਗਾ ਨਾ। ਪੜਨ ਤੋਂ ਬਿਨਾਂ ਤਾਂ ਇਹਨਾਂ ਸਮਝ ਆਏਗੀ। ਪੜਨਾ ਤੇ ਬਹੁਤ ਜ਼ਰੂਰੀ ਚੀਜ਼ ਹੈ, ਲੇਕਿਨ ਉਹ ਪੜਨਾ ਜਿਹੜਾ ਸਾਡੇ ਅੰਦਰ ਹੰਕਾਰ ਪੈਦਾ ਕਰੇ, ਉਹ ਪੜਨਾ ਜਿਹੜਾ ਸਾਡੇ ਅੰਦਰ ਵਿਕਾਰ ਪੈਦਾ ਕਰੇ, ਸਤਿਗੁਰੂ ਜੀ ਕਹਿੰਦੇ ਉਹ ਕੂੜਾ ਹੈ। ਉਹ ਪੜਨ ਨਾਲੋਂ ਨਾ ਹੀ ਪੜੋ। ਸਤਿਗੁਰੂ ਜੀ ਨੇ ਜਿੱਥੇ ਪੜ੍ਹਿਆਂ ਦੀ ਤਾਰੀਫ ਕੀਤੀ, ਉੱਥੇ ਸਤਿਗੁਰੂ ਜੀ ਨੇ ਉਹਨਾਂ ਪੜ੍ਹਿਆਂ ਦੇ ਪ੍ਰਥਾਏ ਵੀ ਗੱਲ ਕੀ, ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ। ਇਹ ਵਿਦਿਆ ਜਿਹੜੀ ਸੀ ਨਾ, ਇਹ ਤੇ ਪਰਉਪਕਾਰ ਲਈ ਸੀ। ਵਿਦਿਆ ਚਾਨਣ ਹੈ। ਵਿਦਿਆ ਜਿਹੜੀ ਇਹ ਸਾਡੀ ਜ਼ਿੰਦਗੀ ਦੇ ਰਸਤੇ ਨੂੰ ਰਸ਼ਨਾਉਣ ਦੇ ਲਈ ਹੈ। ਵਿਦਿਆ ਲੋਕਾਂ ਦੇ ਰਸਤੇ ਵਿੱਚ ਚਾਨਣ ਕਰਨ ਦੇ ਲਈ ਹੈ। ਤੇ ਜਿਹੜੀ ਵਿਦਿਆ ਸਾਡੀ ਜ਼ਿੰਦਗੀ 'ਚ ਹਨੇਰਾ ਹੀ ਪੈਦਾ ਕਰ ਦੇਵੇ, ਜਿਹੜੀ ਵਿਦਿਆ ਲੋਕਾਂ ਦੇ ਰਸਤਿਆਂ 'ਚ ਕੰਡੇ ਹੀ ਖਿਲਾਰ ਦੇਵੇ, ਉਸ ਵਿਦਿਆ ਤੋਂ ਸਤਿਗੁਰੂ ਜੀ ਨੇ ਰੋਕੇ। ਗੁਰੂ ਬਾਬਾ ਜੀ ਕਹਿੰਦੇ ਕਿ ਪੜ੍ਹਨਾ ਜ਼ਰੂਰੀ ਹੈ, ਲਿਖਣਾ ਜ਼ਰੂਰੀ ਹੈ, ਪਰ ਜਿਸ ਪੜਨ ਦੇ ਨਾਲ ਸਾਡੇ ਅੰਦਰ ਹੰਕਾਰ ਪੈਦਾ ਹੋ ਰਿਹਾ ਹੈ, ਮਾਇਆ ਦਾ ਪਿਆਰ ਪੈਦਾ ਹੋ ਰਿਹਾ, ਉਹ ਕੂੜਾ ਹੈ ਭਾਈ। ਉਹ ਤੁਹਾਨੂੰ ਕੋਈ ਸੁੱਖ ਨਹੀਂ ਦੇਵੇਗਾ। ਇਹੋ ਜਿਹੇ ਪੜਨ ਵਾਲੇ ਬੜੇ ਆਏ ਦੁਨੀਆ 'ਚ ਚਲੇ ਗਏ, ਪੜ ਹੋਏ ਖੁਆਰ। ਉਹ ਖੁਆਰ ਹੀ ਹੋਏ ਨੇ। ਰਾਵਣ ਬੜਾ ਪੜਿਆ ਲਿਖਿਆ ਸੀ, ਇੰਟੈਲੀਜੈਂਟ ਬੰਦਾ ਸੀ, ਲੇਕਿਨ ਜਦੋਂ ਵੀ ਰਾਵਣ ਦੀ ਗੱਲ ਗੁਰਬਾਣੀ ਵਿੱਚ ਆਈ ਹੈ, ਸਤਿਗੁਰੂ ਜੀ ਨੇ ਇਹ ਗੱਲ ਕਹੀ, ਮੂਰਖ ਰਾਵਣ ਕਿਆ ਲੈ ਗਿਆ। ਉਹਨੇ ਮੂਰਖ ਕਿਹਾ ਕਿਉਂਕਿ ਉਹਨੂੰ ਆਪਣੀ ਵਿਦਿਆ ਦਾ ਹੰਕਾਰ ਹੋ ਗਿਆ। ਹੋਰ ਬੜੇ ਬੜੇ ਵਿਦਵਾਨ ਆਏ, ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਜਿਹੜੇ ਪੜ੍ਹ ਕੇ ਰੱਬ ਨਾਲੋਂ ਟੁੱਟ ਗਏ, ਹੰਕਾਰ 'ਚ ਆ ਗਏ, ਜਿਨ੍ਹਾਂ ਨੇ ਪੜ੍ਹ ਕੇ ਮਨੁੱਖਤਾ ਦਾ ਘਾਤ ਕੀਤਾ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਇੱਕ ਬੜੀ ਪਿਆਰੀ ਗੱਲ ਕਹੀ ਹੈ। ਸ਼ਿਕਾਰੀ ਹੁੰਦਾ ਹੈ ਨਾ, ਸ਼ਿਕਾਰੀ ਜੰਗਲ 'ਚ ਜਾਂਦਾ ਹੈ, ਜੰਗਲ 'ਚ ਜਾ ਕੇ ਇੱਕ ਹਿਰਨ ਨੂੰ ਫੜਦਾ, ਇੱਕ ਬਾਜ ਨੂੰ ਫੜਦਾ, ਉਸ ਬਾਜ ਨੂੰ ਟ੍ਰੇਨਡ ਕਰਦਾ, ਪੜਾਉਂਦਾ। ਉਸ ਹਿਰਨ ਨੂੰ ਵੀ ਉਹ ਟ੍ਰੇਨਡ ਕਰਦਾ, ਪੜਾਉਂਦਾ। ਜਿਵੇਂ ਆਪਾਂ ਘਰਾਂ 'ਚ ਨਹੀਂ ਰੱਖ ਲੈਂਦੇ ਪੰਛੀ ਜਾਂ ਬਿੱਲੀਆਂ, ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਿਖਾ ਲੈਂਦੇ ਆ, ਇਵੇਂ ਸ਼ਿਕਾਰੀ ਉਸ ਬਾਜ ਨੂੰ, ਉਸ ਹਿਰਨ ਨੂੰ ਪੜ੍ਹਾ ਕੇ ਟ੍ਰੇਨਡ ਕਰਕੇ ਫਿਰ ਜੰਗਲ ਵਿੱਚ ਜਾਂਦਾ। ਜਦੋਂ ਜੰਗਲ 'ਚ ਜਾਂਦਾ ਹੈ ਨਾ, ਉਹ ਪੜ੍ਹਾਇਆ ਹੋਇਆ ਬਾਜ ਆਪਣੇ ਜਾਤੀ ਭਰਾਵਾਂ ਨੂੰ ਇਹ ਗੱਲ ਕਹਿੰਦਾ ਕਿ ਤੁਸੀਂ ਮੇਰੇ ਮਗਰ ਆਓ, ਤੁਹਾਨੂੰ ਕੋਈ ਖਤਰਾ ਨਹੀਂ ਹੈ। ਹਿਰਨ ਵੀ ਕਹਿੰਦਾ ਮੇਰੇ ਮਗਰ ਆਓ, ਕੋਈ ਖਤਰਾ ਨਹੀਂ। ਉਹ ਆਪਣੇ ਜਾਤ ਦੇ ਲੋਕਾਂ ਨੂੰ ਜਾਲ 'ਚ ਫਸਾ ਦਿੰਦਾ। ਪੜ੍ਹਿਆ ਇਹ ਵੀ ਸੀ, ਪਰ ਇਹਨੇ ਆਪਣੀ ਜਾਤੀ ਦਾ ਘਾਣ ਕਰ ਦਿੱਤਾ। ਇਹੋ ਜਿਹੇ ਪੜ੍ਹੇ ਬੜੇ ਨੇ ਜਿਹੜੇ ਆਪਣੀ ਕੌਮ ਦਾ ਘਾਣ ਕਰੀ ਜਾਂਦੇ ਨੇ, ਜਿਹੜੇ ਮਨੁੱਖਤਾ ਦਾ ਘਾਣ ਕਰੀ ਜਾਂਦੇ ਨੇ। ਇਹੋ ਜਿਹੇ ਪੜ੍ਹਿਆਂ ਦੀ ਗੱਲ ਕੀਤੀ ਕਿ ਇਹੋ ਜਿਹੇ ਪੜ੍ਹੇ ਲਿਖੇ ਤੇ ਖੁਆਰ ਹੁੰਦੇ, ਜ਼ਿੰਦਗੀ ਅੰਦਰ ਦੁਖੀ ਹੁੰਦੇ ਨੇ,
ਉਹਨਾਂ ਨੂੰ ਕਦੀ ਸੁੱਖ ਨਹੀਂ ਮਿਲਦਾ। ਭਈ ਪੜ੍ਹਨਾ ਹੈ, ਪੜ੍ਹਨਾ ਪ੍ਰਮਾਤਮਾ ਦੇ ਪਿਆਰ ਦੀ ਗੱਲ ਨੂੰ ਹੈ, ਮਨੁੱਖਤਾ ਦੀ ਸੇਵਾ ਦੀ ਗੱਲ ਨੂੰ ਆਪਾਂ ਪੜ੍ਹਨਾ ਹੈ। ਪੌੜੀ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਸਤਿਗੁਰੂ ਜੀ ਕਹਿੰਦੇ ਜੇ ਹੱਥ 'ਚ ਕਲਮ ਆਈ ਹੈ, ਜੇ ਤੁਸੀਂ ਪੜ੍ਹਨ ਲਿਖਣ ਲੱਗ ਪਏ ਹੋ, ਜੇ ਤੁਹਾਡੇ ਕੋਲ ਐਜੂਕੇਸ਼ਨ ਹੈ, ਤੇ ਇਹਦੇ ਰਾਹੀਂ ਵਾਹਿਗੁਰੂ ਜੀ ਦੀ ਵਡਿਆਈ ਕਰੋ। ਵਾਹਿਗੁਰੂ ਜੀ ਦੀ ਵਡਿਆਈ ਦਾ ਅਰਥ ਹੈ ਕਿ ਆ ਰੱਬ ਦੇ ਪਿਆਰਿਆਂ ਦੀ, ਬੱਚਿਆਂ ਦੀ, ਮਨੁੱਖਤਾ ਦੀ ਸੇਵਾ ਕਰੋ, ਕੋਈ ਸਮਾਜ ਭਲਾਈ ਦੀ ਗੱਲ ਕਰੋ। ਗੁਰਮਤਿ ਨੇ ਜੋ ਸਾਨੂੰ ਧਰਮ ਦਿੱਤਾ ਹੈ ਨਾ, ਉਹ ਕੋ ਸਾਡਾ ਕੇਵਲ ਇੰਡੀਵਿਜੂਅਲ ਨਹੀਂ ਹੈ, ਆਪਣੇ ਤੱਕ, ਜਾਤੀ ਤੱਕ ਸੀਮਤ ਨਹੀਂ ਹੈ ਕਿ ਆਪਾਂ ਵੱਖਰੇ ਜਿਹੇ ਹੋ ਕੇ ਕਿਸੇ ਮੱਠ 'ਚ, ਕਿਸੇ ਭੋਰੇ 'ਚ ਜਾਂ ਪਹਾੜ 'ਚ ਬੈਠ ਕੇ ਫੇਰ ਧਰਮ ਕਮਾਉਣਾ। ਇਹ ਕੋਈ ਧਰਮ ਨਹੀਂ। ਧਰਮੀ ਮਨੁੱਖ ਹੋਵੇ ਜਿਹੜਾ ਮਨੁੱਖਤਾ ਦੇ ਨਾਲ ਜੁੜਦਾ ਹੈ, ਜਿਹੜਾ ਮਨੁੱਖਤਾ ਦੀ ਸੇਵਾ ਕਰਦਾ ਹੈ। ਜਿਹੜੇ ਧਰਮੀ ਮਨੁੱਖ ਨੇ ਦਰਅਸਲ ਉਹ ਮਨੁੱਖਤਾ ਦੇ ਬਹੁਤੇ ਕਰਜ਼ਾਈ ਨੇ, ਉਹਨਾਂ ਨੂੰ ਸਗੋਂ ਸਮਾਜ ਦੀ ਬਹੁਤੀ ਸੇਵਾ ਕਰਨੀ ਚਾਹੀਦੀ ਹੈ। ਦੇਖੋ ਬਾਬਾ ਨਾਨਕ ਜੀ ਸਮੇਰ ਪਰਬਤ ਤੇ ਗਏ, ਉੱਥੇ ਕੋਈ ਲੋਕੀ ਤਾਂ ਨਹੀਂ ਸੀ ਰਹਿੰਦੇ, ਉੱਥੇ ਕਾਹਦਾ ਪ੍ਰਚਾਰ ਕਰਨਾ ਸੀ। ਸਤਿਗੁਰੂ ਜੀ ਦੀ ਜ਼ਿੰਦਗੀ ਦਾ ਸਮਾਂ ਬੜਾ ਕੀਮਤੀ ਸੀ, ਵੈਲਿਊਏਬਲ ਸੀ। ਹੁਣ ਸਤਿਗੁਰੂ ਜੀ ਕਿੰਨੇ ਜਫਰ ਜਾਲ ਕੇ ਸਮੇਰ ਪਰਬਤ ਤੇ ਗਏ ਹੋਣਗੇ, ਉੱਥੇ ਜਾਣ ਦਾ ਕੀ ਮਕਸਦ ਸੀ? ਉੱਥੇ ਮਕਸਦ ਇਹ ਸੀ ਕਿ ਉੱਥੇ ਬੜੇ ਇੰਟੈਲੀਜੈਂਟ ਲੋਕ ਰਹਿੰਦੇ ਸਨ, ਪਹਾੜਾਂ 'ਚ ਲੋਕ ਬੈਠੇ, ਜਿਨ੍ਹਾਂ ਨੂੰ ਸਿੱਧ ਕਹਿੰਦੇ ਆਪਾਂ, ਜੋਗੀ ਲੁਕ ਕੇ ਬੈਠ ਗਏ ਕਿ ਸਮਾਜ ਤੇ ਦੁੱਖਾਂ ਦਾ ਘਰ ਹੈ ਜੀ, ਛੱਡ ਦਿਓ, ਪਹਾੜਾਂ 'ਚ ਬੈਠ ਕੇ ਰੱਬ ਰੱਬ ਕਰੋ, ਸਮਾਧੀਆਂ ਲਾ ਲਓ, ਆਪਾਂ ਕੀ ਲੈਣਾ ਦੁਨੀਆ ਤੋਂ। ਬਾਬਾ ਨਾਨਕ ਜੀ ਪਹੁੰਚ ਗਏ ਉੱਥੇ। ਬਾਬਾ ਨਾਨਕ ਜੀ ਨੇ ਇੱਕ ਗੱਲ ਕਹੀ, ਜਦੋਂ ਉਹਨਾਂ ਪੁੱਛਿਆ ਮਹਾਰਾਜ ਜੀ ਧਰਤੀ ਦਾ ਕੀ ਹਾਲ ਹੈ, ਭਾਰਤ ਭੂਮੀ ਦਾ? ਸਤਿਗੁਰੂ ਜੀ ਕਹਿਣਗੇ ਬਸ ਚਾਰ ਸਵੇਰੇ ਹਨੇਰਾ ਹੀ ਹੈ। ਕਹਿਣਗੇ ਉਹ ਕਿਉਂ? ਕਹਿਣਗੇ ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜਦੋਂ ਸਿਆਣੇ ਪੜ੍ਹੇ ਲਿਖੇ ਇੰਟੈਲੀਜੈਂਟ ਲੋਕ, ਆਪਣੇ ਆਪ ਨੂੰ ਧਾਰਮਿਕ ਹੋਣ ਵਾਲੇ ਲੋਕ ਲੁਕ ਜਾਣਗੇ ਤੇ ਸਮਾਜ ਦਾ ਕੀ ਬਣੇਗਾ? ਬਈ ਸਮਾਜ ਦਾ ਕੋਈ ਫਿਰ ਪਾਰ ਉਤਾਰਾ ਨਹੀਂ ਹੋਏਗਾ। ਸਤਿਗੁਰੂ ਜੀ ਨੇ ਉਹਨਾਂ ਨੂੰ ਦੁਨੀਆ 'ਚ ਆਉਣ ਦੀ ਗੱਲ ਕਹੀ, ਸਮਾਜ ਦੀ ਸੇਵਾ ਦੀ ਪ੍ਰੇਰਣਾ ਕੀਤੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਤੁਹਾਡੇ ਹੱਥ 'ਚ ਕਲਮ ਹੈ, ਜੇ ਤੁਹਾਨੂੰ ਪੜ੍ਹਨਾ ਆ ਗਿਆ ਹੈ, ਰੱਬ ਦੀ ਸੇਵਾ, ਰੱਬ ਦੀਆਂ ਵਡਿਆਈਆਂ ਦੀ ਗੱਲ ਕਰੋ। ਰੱਬ ਦੀ ਵਡਿਆਈ ਦਾ ਅਰਥ ਕਿ ਸਮਾਜ ਦੀ ਸੇਵਾ ਕਰੋ, ਮਨੁੱਖਤਾ ਦੀ ਸੇਵਾ ਕਰੋ, ਪਰਉਪਕਾਰ ਦੀ ਸੇਵਾ ਕਰੋ। ਮਨੁੱਖਤਾ ਦੀ ਸੇਵਾ ਹੀ ਰੱਬ ਦੀ ਵਡਿਆਈ ਹੈ, ਮਨੁੱਖਤਾ ਦੀ ਸੇਵਾ ਹੀ ਰੱਬ ਦੇ ਗੁਣ ਗਾਉਣੇ ਹੈ। ਸਾਹਿਬ ਜੀ ਕਹਿੰਦੇ ਕਿਉਂ ਗਾਉਣੇ ਨੇ ਰੱਬ ਦੇ ਗੁਣ? ਕਿਉਂਕਿ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਉਹ ਵਾਹਿਗੁਰੂ ਜੀ ਦੀ ਵਡਿਆਈ ਬਹੁਤ ਵੱਡੀ ਹੈ ਭਾਈ, ਭਾਵ ਉਹਦੇ ਗੁਣ ਗਾਉਣੇ, ਉਹਦੀ ਕੀਰਤੀ ਕਰਨੀ ਇੱਕ ਬਹੁਤ ਵੱਡੀ ਗੱਲ ਹੈ। ਉਹਦਾ ਕੀਰਤਨ ਕਰਨਾ, ਉਹਦੀ ਸਿਫਤ ਸਲਾਹ ਕਰਨੀ ਬਹੁਤ ਮਹਾਨ ਗੱਲ ਹੈ। ਦਰਅਸਲ ਰੱਬ ਦੀ ਕੀਰਤੀ, ਰੱਬ ਦੇ ਗੁਣ ਗਾਉਣ ਦਾ ਸੁਭਾਗ ਮਿਲਦਾ ਹੀ ਭਾਗਾਂ ਵਾਲਿਆਂ ਨੂੰ ਹੈ। ਲੋਕਾਂ ਦੇ ਗੁਣ ਗਾਉਣ ਵਾਲੇ ਤੇ ਬੜੇ ਨੇ। ਕੋਈ ਬੰਦਾ ਅਮੀਰ ਆ ਜਾਏ, ਲੀਡਰ ਆ ਜਾਏ, ਉਹਦੇ ਗੁਣ ਸਾਰੇ ਹੀ ਗਾਉਂਦੇ ਨੇ। ਗੁਰੂ ਕੋਲ ਵੀ ਗਾਈ ਜਾਂਦੇ ਉਹਨਾਂ ਦੇ ਗੁਣ, ਗੁਰੂ ਦੀ ਗੱਲ ਹੀ ਭੁੱਲ ਜਾਂਦੀ ਸਾਨੂੰ। ਸਤਿਗੁਰੂ ਜੀ ਕਹਿੰਦੇ ਕਿ ਪਰਮਾਤਮਾ ਦੀ ਵਡਿਆਈ ਇਸ ਕਰਕੇ ਆਪਾਂ ਕਰਨੀ ਹੈ ਕਿ ਪਰਮਾਤਮਾ ਵਰਗਾ ਹੈ ਹੀ ਕੋਈ ਨਹੀਂ। ਸਤਿਗੁਰੂ ਜੀ ਨੇ ਗੁਰਬਾਣੀ ਸਾਨੂੰ ਉਸ ਵਾਹਿਗੁਰੂ ਜੀ ਦੀਆਂ ਵਡਿਆਈਆਂ ਦੱਸੀਆਂ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਸ਼ਚਲ ਥਾਉ, ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਜਾਂ ਬੁਝੇ ਸਭ ਭਾਓ। ਉਹ ਪਰਮਾਤਮਾ ਦੀ ਵਡਿਆਈ ਕਰੋ ਜਿਹਦੀਆਂ ਵੱਡੀਆਂ ਵਡਿਆਈਆਂ ਨੇ। ਉਸ ਪਰਮਾਤਮਾ ਦੀ ਕੀਰਤੀ ਕਰੋ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰੋ। ਹਰ ਕੀ ਵਡਿਆਈ ਵੱਡੀ ਹੈ, ਜਾਣਿਆਓ ਹੈ ਧਰਮ ਕਾ। ਭਈ ਵਾਹਿਗੁਰੂ ਜੀ ਦੀ ਵਡਿਆਈ ਹੀ ਸਾਨੂੰ ਕਰਨੀ ਚਾਹੀਦੀ ਹੈ। ਗੁਰਬਾਣੀ 'ਚ ਸਤਿਗੁਰੂ ਜੀ ਕਹਿੰਦੇ ਜਦੋਂ ਵੀ ਤੁਸੀਂ ਜੁੜਨਾ ਹੈ ਪਰਮਾਤਮਾ ਦੇ ਪਿਆਰ ਜੁੜੋ। ਗੁਰੂ ਬਾਬਾ ਜੀ ਦੇ ਬਚਨ ਧਨਾਸਰੀ ਰਾਗ ਵਿੱਚ ਇੱਕ ਬੰਦਨਾ, ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਬੰਦਨਾ ਕਰਨੀ ਪਰਮਾਤਮਾ ਨੂੰ ਕਰੋ, ਗੁਣ ਗਾਉਣੇ ਪਰਮਾਤਮਾ ਦੇ ਗਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੇ ਗੁਣ ਗਾਉਣੇ ਇਸ ਕਰਕੇ, ਵਡਿਆਈ ਇਸ ਕਰਕੇ ਕਰਨੀ ਹੈ ਕਿ ਉਹਦੇ ਘਰ ਵਿੱਚ ਨਿਆਂ ਹੈ, ਧਰਮ ਦਾ ਨਿਆਂ ਹੈ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜ਼ਮਾਲੇ। ਦੁਨਿਆਵੀ ਮਨੁੱਖਾਂ ਦੀਆਂ ਵਡਿਆਈਆਂ ਬਹੁਤ ਕਰਦੇ ਆ, ਦੁਨਿਆਵੀ ਚੌਧਰੀ, ਦੁਨਿਆਵੀ ਹਾਕਮ ਜਿਹੜੇ ਉਹਨਾਂ ਦੀਆਂ ਵਡਿਆਈਆਂ ਕਰਦੇ ਆ। ਜੇ ਦੁਨਿਆਵੀ ਹਾਕਮਾਂ ਦੇ ਕੋਲ ਸੱਚ ਦਾ ਨਿਆਂ ਹੋਏ ਤੇ ਸਮਾਜ ਦੇ ਵਿੱਚ ਤੇ ਅਨਿਆਂ ਹੋ ਹੀ ਨਹੀਂ ਸਕਦਾ। ਕਾਰਨ ਹੈ ਕਿ ਜਿਨ੍ਹਾਂ ਕੋਲ ਤਾਕਤ ਆ ਜਾਂਦੀ ਹੈ ਉਹ ਨਿਆਂ ਕਰਨਾ ਭੁੱਲ ਜਾਂਦੇ ਨੇ। ਉਹ ਮਨੁੱਖਤਾ ਦੇ ਉੱਪਰ ਧਰਮ ਦਾ ਨਿਆਂ ਨਹੀਂ ਕਰਦੇ। ਇਹ ਅਦਾਲਤਾਂ ਜਿਹੜੀਆਂ ਨੇ ਦਰਅਸਲ ਪਰਮਾਤਮਾ ਵੱਲ ਦੇਖ ਕੇ ਬਣਾਈਆਂ ਗਈਆਂ ਕਿ ਪਰਮਾਤਮਾ ਦੀ ਦਰ ਤੇ ਨਿਆਂ ਤੇ ਇੱਥੇ ਵੀ ਨਿਆਂ ਹੋਣਾ ਚਾਹੀਦਾ, ਪਰ ਅਦਾਲਤਾਂ 'ਚ ਵੀ ਨਿਆਂ ਨਹੀਂ ਮਿਲਦਾ। ਲੋਕਾਂ ਨੂੰ ਧੱਕੇ ਖਾ ਰਹੇ ਨੇ ਲੋਕ। ਗੁਰਬਾਣੀ ਕਹਿੰਦੀ ਇਸ ਕਰਕੇ ਪਰਮਾਤਮਾ ਦੀ ਵਡਿਆਈ ਕਰੋ। ਪਰਮਾਤਮਾ ਦੇ ਘਰ ਵਿੱਚ ਧਰਮ ਦਾ ਨਿਆਂ ਹੈ। ਦੁਨੀਆ ਦੀਆਂ ਅਦਾਲਤਾਂ ਅਨਿਆਂ ਕਰ ਸਕਦੀਆਂ ਨੇ, ਪਰ ਆਖਰ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਪਰਮਾਤਮਾ ਜਿਹੜਾ ਨਾ ਉਹ ਸੱਚ ਦਾ ਨਿਆਂ ਕਰਦਾ ਹੈ।
ਉਹਦੇ ਦਰ ਤੇ ਧਰਮ ਦਾ ਨਿਆਂ ਹੈ। ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ। ਵਾਹਿਗੁਰੂ ਜੀ ਦੀ ਵਡਿਆਈ ਸਾਨੂੰ ਕਰਨੀ ਚਾਹੀਦੀ ਹੈ, ਉਹ ਸਭ ਤੋਂ ਵੱਡੀ ਹੈ। ਉਹ ਕਿਉਂ ਵੱਡੀ ਹੈ? ਕਿਉਂਕਿ ਵਾਹਿਗੁਰੂ ਜੀ ਦੀ ਵਡਿਆਈ ਹੀ ਸਾਡੀ ਜ਼ਿੰਦਗੀ ਦਾ ਫਲ ਹੈ, ਸਾਡੀ ਜ਼ਿੰਦਗੀ ਦਾ ਮਨੋਰਥ ਹੈ। ਇਵੇਂ ਕਹਿ ਲਓ ਕਿ ਵਾਹਿਗੁਰੂ ਜੀ ਦੀ ਵਡਿਆਈ ਕਰਨਾ ਹੀ ਸਾਡੀ ਜ਼ਿੰਦਗੀ ਦਾ ਮਨੋਰਥ। ਆਪਾਂ ਉਹਦੇ ਗੁਣ ਗਾਉਣ ਲਈ ਇਸ ਧਰਤੀ ਤੇ ਆਏ ਹਾਂ। ਗੁਰੂ ਕੇ ਬਚਨ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਈ ਵਾਰਾਂ ਪੜ੍ਹਦੇ ਹਾਂ, ਸੁਣਦੇ ਹਾਂ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜੇ ਪ੍ਰਮਾਤਮਾ ਦੇ ਗੁਣ ਨਾ ਗਾਏ ਤੇ ਜ਼ਿੰਦਗੀ ਅਕਾਰਥ ਹੈ, ਬਿਰਥਾ ਹੈ। ਇਸ ਦੁਨੀਆ 'ਚ ਆਪਾਂ ਆਏ ਹਾਂ ਕਿ ਪ੍ਰਮਾਤਮਾ ਦੇ ਗੁਣ ਗਾਈਏ। ਦੇਖੋ ਨਾ, ਕੋਈ ਬੰਦਾ ਸਾਡੀ ਥੋੜੀ ਜੀ ਮਦਦ ਕਰੇ, ਆਪਾਂ ਉਹਨੂੰ ਕਿੰਨਾ ਯਾਦ ਕਰਦੇ, ਵਾਰ-ਵਾਰ ਉਹਦੇ ਗੁਣ ਗਾਉਂਦੇ। ਕੋਈ ਸਾਡੀ ਹੈਲਪ ਕਰ ਦੇਵੇ, ਕੋਈ ਮਦਦ ਕਰ ਦੇਵੇ। ਤੇ ਜਿਸ ਪ੍ਰਮਾਤਮਾ ਨੇ ਇੰਨੀਆਂ ਦਾਤਾਂ ਦਿੱਤੀਆਂ ਨੇ, ਸਾਨੂੰ ਜ਼ਿੰਦਗੀ ਦਿੱਤੀ ਹੈ, ਤੰਦਰੁਸਤੀ ਦਿੱਤੀ ਹੈ, ਖਾਣ ਪੀਣ ਦੇ ਸਾਧਨ ਦਿੱਤੇ ਨੇ, ਕੀ ਕੁਝ ਦਿੱਤਾ ਉਹਦੀ ਤੇ ਗਿਣਤੀ ਮਿਣਤੀ ਕੋਈ ਨਹੀਂ ਹੈ। ਉਹਦੇ ਤੇ ਗੁਣ ਸਾਨੂੰ ਸਗੋਂ ਬਹੁਤੇ ਗਾਉਣੇ ਚਾਹੀਦੇ ਨੇ। ਪਰ ਮਨੁੱਖ ਦਾ ਇੱਕ ਸੁਭਾਅ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਸੋਰਠ ਰਾਗ 'ਚ ਇੱਕ ਤਾਂ ਬਚਨ ਕਹੇ ਕਿ ਕੀਤੇ ਕਉ ਮੇਰੇ ਸਨਮਾਨੇ ਕਰਨਹਾਰ ਤਿਰਣ ਜਾਣੇ। ਕੀਤੇ ਕਉ ਮੇਰੇ ਸਨਮਾਨੇ, ਜਿਹੜੇ ਵਸਤੂਆਂ ਰੱਬ ਦੀਆਂ ਕੀਤੀਆਂ ਹੋਈਆਂ ਨੇ, ਮਨੁੱਖ ਰੱਬ ਦੇ ਕੀਤੇ ਹੋਏ ਨੇ, ਬਣਾਏ ਹੋਏ ਨੇ, ਇਹਨਾਂ ਨੂੰ ਬੰਦਾ ਸੁਮੇਰ ਪਰਬਤ ਵਾਂਗੂ ਸਮਝਦਾ, ਸੁਮੇਰ ਪਰਬਤ ਵਾਂਗੂ ਇਹਦੀ ਮਾਨਤਾ ਦਿੰਦਾ। ਪਰ ਕਰਨਹਾਰ ਤਿਰਣ ਜਾਣੇ, ਜਿਸ ਦਾਤੇ ਨੇ ਸਭ ਕੁਝ ਬਣਾਇਆ ਹੈ ਨਾ, ਉਹਨੂੰ ਆਪਾਂ ਕੱਖ ਦੇ ਤਿਨਕੇ ਕੁ ਜਿੰਨਾ, ਕਈ ਤੇ ਇਹਨਾਂ ਵੀ ਨਹੀਂ ਜਾਣਦੇ, ਇਹਨਾਂ ਕੋ ਜਾਣਦੇ। ਆਪਾਂ ਸਾਰੇ ਹੀ ਆਪਣੀ ਆਪਣੀ ਜ਼ਿੰਦਗੀ ਅੰਦਰ ਝਾਤ ਮਾਰੀਏ। ਦਿਨ ਰਾਤ ਦੇ ਵਿੱਚ 24 ਘੰਟੇ ਹੁੰਦੇ ਆ। 24 ਘੰਟਿਆਂ ਚੋਂ ਬਹੁਤਾ ਜ਼ਿਆਦਾ ਸਾਰਾ ਟਾਈਮ ਸਾਡਾ ਦੁਨੀਆਦਾਰੀ 'ਚ ਹੀ ਲੰਘ ਜਾਂਦਾ ਹੈ, ਦੁਨੀਆ ਦੇ ਕੰਮਾਂ ਕਾਰਾਂ 'ਚ ਹੀ ਲੰਘ ਜਾਂਦਾ ਹੈ। ਇਹ ਰੱਬ ਦੇ ਬਣਾਏ ਪਦਾਰਥ ਨੇ। ਲੋਕਾਂ ਦੀ ਖੁਸ਼ਾਮਦ ਕਰਦੇ ਆ, ਲੋਕਾਂ ਨਾਲ ਈਰਖਾ ਕਰਦੇ ਆ, ਲੋਕਾਂ ਨੂੰ ਮਾੜਾ ਕਹਿੰਦੇ ਆ, ਇਦਾਂ ਹੀ ਲੰਘ ਜਾਂਦਾ ਹੈ। ਲੇਕਿਨ ਕਿੰਨਾ ਕੁ ਟਾਈਮ ਹੈ ਜਿਹੜਾ ਆਪਾਂ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਹਾਂ, ਪਰਮਾਤਮਾ ਦੇ ਪਿਆਰ ਵਿੱਚ ਜੁੜਦੇ ਹਾਂ। ਭਾਗਾਂ ਵਾਲੇ ਜਿਹੜੇ ਜੁੜਦੇ ਨੇ। ਪਰ ਜੇ ਆਪਾਂ ਮੁਲਾਂਕਣ ਕਰੀਏ ਤੇ ਕੱਖ ਕੁ ਜਿੰਨਾ ਹੀ ਹੋਏਗਾ ਆਪਣਾ ਟਾਈਮ। ਉਹ ਵੀ ਜੇ ਕਿਤੇ ਪਾਠ ਕਰਨ ਲੱਗ ਪਏ ਵਿੱਚੇ ਫੋਨ ਸੁਣੀ ਚਲੇ ਜਾਂਦੇ ਆ। ਜੇ ਆਪਾਂ ਗੁਰਦੁਆਰੇ ਆ ਗਏ, ਇੱਥੇ ਵੀ ਬਾਹਰ ਖਲੋ ਕੇ ਕਿੰਨਾ ਕਿੰਚਰ ਗੱਲਾਂ ਕਰ ਲੈਂਦੇ। ਘਰੋਂ ਤੁਰਦੇ ਆ, ਘਰ ਆ ਕੇ ਜਦੋਂ ਵਾਪਸ ਜਾਣੇ ਕਹਿੰਦੇ ਘੰਟਾ ਲੱਗ ਗਿਆ ਗੁਰਦੁਆਰੇ, ਭਾਵੇਂ ਘੰਟਾ ਰਾਹ 'ਚ ਗੱਲਾਂ ਕਰਦਿਆਂ ਲੰਘ ਗਿਆ ਹੋਏ। ਗੁਰੂ ਦੀ ਯਾਦ ਵਿੱਚ ਜਿਹੜਾ, ਪਰਮਾਤਮਾ ਦੀ ਯਾਦ ਜਿਹੜਾ ਆਪਾਂ ਸਮਾਂ ਗੁਜ਼ਾਰਦੇ ਆ, ਉਹ ਤੇ ਭਾਗਾਂ ਵਾਲੇ ਨੇ ਜਿਹੜਾ ਬਹੁਤਾ ਸਮਾਂ ਕੱਢਦੇ ਹੋਣਗੇ, ਪਰ ਬਹੁਤ ਘੱਟ ਹੈ। ਹਾਲਤ ਸਾਡੀ ਕਿ ਕੀਤੇ ਕਹੋ ਮੇਰੇ ਸਨਮਾਨੇ। ਜਿਹੜੀਆਂ ਵਸਤੂਆਂ ਪਰਮਾਤਮਾ ਦੀਆਂ ਬਣਾਈਆਂ ਨੇ, ਮਨੁੱਖ ਪਰਮਾਤਮਾ ਨੇ ਬਣਾਏ ਨੇ, ਇਹਨਾਂ ਨੂੰ ਆਪਾਂ ਸੁਮੇਰ ਪਰਬਤ ਵਾਂਗੂ ਮਾਨਤਾ ਦਿੰਦੇ ਹਾਂ। ਘਰ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਅਖੰਡ ਪਾਠ ਸਾਹਿਬ ਰੱਖ ਲਿਆ। ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਪ੍ਰਗਾਸ, ਬਾਹਰ ਪ੍ਰਾਹੁਣੇ ਆ ਗਏ, ਪੌੜਿਆਂ ਵਾਂਗ ਭੀਣਾ ਲੱਗੀਆਂ, ਗੱਲਾਂ ਉੱਥੇ ਕਰੀ ਜਿੰਨੇ ਪਾਠ ਅੰਦਰ ਹੋ ਰਹੇ ਆ। ਕੀਤੇ ਕੋ ਮੇਰੇ ਸਨਮਾਨੇ। ਪ੍ਰਾਹੁਣੇ ਸਾਨੂੰ ਵੱਡੇ ਲੱਗਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ। ਆਪਾਂ ਤੇ ਇੱਥੇ ਤੱਕ ਪਹੁੰਚ ਗਏ ਕਿ ਅਖੰਡ ਪਾਠ ਦਾ ਭੋਗ ਪੈਣ ਵਾਲਾ, ਆਪਾਂ ਕਹਿੰਦੇ ਥੋੜਾ ਜਿਹਾ ਲਮਕਾ ਦਿਓ, ਪ੍ਰਾਹੁਣੇ ਆਏ ਨਹੀਂ ਅਜੇ ਜਿਨ੍ਹਾਂ ਨੇ ਆਉਣਾ ਸੀ, ਥੋੜਾ ਜਿਹਾ ਹੋਰ ਲਮਕਾ ਦਿਓ ਜੀ। ਪਾਠ ਆਪਾਂ ਪ੍ਰਾਹੁਣੇ ਦੀ ਖਾਤਰ ਹੀ ਲਮਕਾਉਣਾ ਸ਼ੁਰੂ ਕਰਤਾ। ਜਿਹੜੀਆਂ ਚੀਜ਼ਾਂ ਪਰਮਾਤਮਾ ਦੀਆਂ ਬਣਾਈਆਂ ਨੇ, ਉਹਨਾਂ ਨੂੰ ਆਪਾਂ ਸੁਮੇਰ ਪਰਬਤ ਵਾਂਗੂ ਮਾਨਤਾ ਦਿੰਦੇ ਹਾਂ। ਪਰ ਜਿਸ ਪਰਮਾਤਮਾ ਨੇ ਸਾਨੂੰ ਬਣਾਇਆ ਹੈ, ਉਹਨੂੰ ਆਪਾਂ ਕੱਖ ਵਾਂਗੂ ਜਾਣਦੇ ਹਾਂ, ਭਾਵ ਉਹਦੀ ਕੋਈ ਬਹੁਤੀ ਮਾਨਤਾ ਨਹੀਂ ਦਿੰਦੇ। ਸਤਿਗੁਰੂ ਜੀ ਕਹਿੰਦੇ ਹਰ ਕੀ ਵਡਿਆਈ ਵੱਡੀ ਹੈ। ਦੁਨੀਆ ਦੇ ਲੋਕੋ, ਪਰਮਾਤਮਾ ਦੀ ਕੀਰਤੀ, ਪਰਮਾਤਮਾ ਦੀ ਵਡਿਆਈ ਸਭ ਤੋਂ ਵੱਡੀ ਗੱਲ ਹੈ। ਕਿਉਂਕਿ ਜਾਂ ਫਲ ਹੈ ਜੀ ਕਾ, ਇਹ ਸਾਡੀ ਜ਼ਿੰਦਗੀ ਦਾ ਉੱਤਮ ਫਲ ਹੈ। ਆਪਾਂ ਜੋ ਕੁਝ ਵੀ ਕਰਦੇ ਆ ਨਾ, ਇਹ ਸਾਡੇ ਜੀ ਦੇ ਨਾਲ ਨਹੀਂ ਜਾਣਾ। ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ ਹੈ ਕਿ ਮਾਖਿਓ ਦੀ, ਸ਼ਹਿਦ ਦੀ ਮੱਖੀ ਹੁੰਦੀ ਹੈ ਨਾ, ਸਾਰਾ ਦਿਨ ਸ਼ਹਿਦ ਇਕੱਤਰ ਕਰਦੀ ਹੈ। ਸ਼ਹਿਦ ਇਕੱਤਰ ਕਰ ਕਰਕੇ ਕਿੱਡਾ ਵੱਡਾ ਉਹਨਾਂ ਦਾ ਮਾਖਿਓ ਦਾ ਸ਼ਹਿਦ ਦਾ ਛੱਤਾ ਬਣ ਜਾਂਦਾ ਹੈ। ਉਹਦੇ 'ਚ ਕਿੰਨਾ ਸ਼ਹਿਦ ਇਕੱਤਰ ਹੋ ਜਾਂਦਾ ਹੈ। ਇੱਕ ਦਿਨ ਸ਼ਹਿਦ ਚੋਣ ਵਾਲਾ ਹੁੰਦਾ ਹੈ, ਸਾਰਾ ਹੀ ਸ਼ਹਿਦ ਖੋਹ ਕੇ ਲੈ ਜਾਂਦਾ, ਮੱਖੀ ਖਾਲੀ ਰਹਿ ਜਾਂਦੀ ਹੈ। ਗਊ ਸਾਰਾ ਦਿਨ ਚੁਗਦੀ ਹੈ, ਆਪਣੇ ਹਵਾਨੇ 'ਚ ਦੁੱਧ ਇਕੱਤਰ ਕਰਦੀ ਹੈ। ਰਾਤ ਨੂੰ ਗਊ ਚੋਣ ਵਾਲਾ ਥੋੜਾ ਜਿਹਾ ਵੱਛੇ ਨੂੰ ਹੇਠਾਂ ਛੱਡਦਾ। ਜਦੋਂ ਗਊ ਦੁੱਧ ਉਤਾਰਦੀ ਨਾ, ਉਹਨੂੰ ਗਲੋਂ ਫੜਦਾ ਗਵਾਲਾ ਵੱਛੇ ਨੂੰ, ਕਿੱਲੇ ਨਾਲ ਬੰਨ ਕੇ ਸਾਰੇ ਦੁੱਧ ਖੋਹ ਕੇ ਲੈ ਜਾਂਦਾ। ਚੂਹਾ ਬੜੀ ਡੂੰਘੀ ਖੁੱਡ ਪੁੱਟਦਾ, ਬੜੀ ਮਿਹਨਤ ਕਰਦਾ, ਪਰ ਜਦੋਂ ਵਿੱਚ ਰਹਿਣ ਲੱਗਦਾ ਕਿ ਸੱਪ ਵੜ ਜਾਂਦਾ ਵਿੱਚ, ਨਾਲੇ ਚੂਹੇ ਨੂੰ ਖਾ ਲੈਂਦਾ, ਨਾਲੇ ਖੁੱਡ ਮੱਲ ਲੈਂਦਾ। ਮਨੁੱਖ ਦੀ ਹਾਲਤ ਇਹ ਹੈ। ਸਾਰੀ ਜ਼ਿੰਦਗੀ ਮਿਹਨਤ ਕਰਦਾ ਹੈ, ਵੱਡਾ ਘਰ ਬਣਾਉਂਦਾ ਹੈ, ਧਨ ਦੌਲਤ ਇਕੱਠਾ ਕਰਦਾ ਹੈ, ਬੜਾ ਵੱਡਾ ਬੈਂਕ ਬੈਲੈਂਸ ਕਰਦਾ ਹੈ, ਪਰ ਜਾਣ ਲੱਗਿਆ ਨਾਲ ਕੁਝ ਵੀ ਨਹੀਂ ਜਾਂਦਾ। ਜਿਹੜੀ ਚੀਜ਼ ਨਾਲ ਲੈ ਕੇ ਜਾਣੀ ਸੀ, ਉਹ ਤੇ ਹੈ ਹੀ ਨਹੀਂ ਕੋਲ। ਗੁਰਬਾਣੀ ਨੇ ਇੱਕ ਬਚਨ ਕਿਹਾ ਹੈ
ਕਿ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ। ਜਿਹੜੀ ਚੀਜ਼ ਨਾਲ ਜਾਣੀ ਸੀ ਉਹ ਜੋੜੀ ਨਹੀਂ। ਦੀਨ ਦਾ ਅਰਥ ਹੈ ਜ਼ਿੰਦਗੀ ਦਾ ਜੋ ਨਿਯਮ ਹੈ, ਜਿਹਨੂੰ ਆਪਾਂ ਕਹਿੰਦੇ ਧਰਮ ਹੈ, ਜ਼ਿੰਦਗੀ ਦੇ ਜਿਹੜੇ ਗੁਣ ਨੇ, ਜ਼ਿੰਦਗੀ ਦੀਆਂ ਜੋ ਕਦਰਾਂ ਕੀਮਤਾਂ ਨੇ। ਬੰਦਾ ਜ਼ਿੰਦਗੀ ਦੇ ਚੰਗੇ ਗੁਣ ਦੁਨੀਆ ਬਦਲੇ ਭੁਲਾ ਦਿੰਦਾ ਹੈ ਨਾ। ਕਹਿੰਦਾ ਜੀ ਝੂਠ ਨਾ ਬੋਲੀਏ ਤੇ ਕੰਮ ਕਿਵੇਂ ਚੱਲੇਗਾ, ਪਰਿਵਾਰ ਨਹੀਂ ਪਾਲਣਾ। ਜੇ ਝੂਠ ਨਾ ਬੋਲੀਏ, ਹੇਰਾ ਫੇਰੀ ਨਾ ਕਰੀਏ ਤੇ ਕੰਮ ਨਹੀਂ ਚੱਲਦਾ। ਬੰਦੇ ਦਾ ਇਹ ਖਿਆਲ ਬਣ ਚੁੱਕਾ ਹੈ ਅੱਜ ਦੇ ਸਮਾਜ ਦਾ, ਜਾਂ ਹਮੇਸ਼ਾ ਮਨੁੱਖ ਦੀ ਇੱਕ ਧਾਰਨਾ ਹੈ ਕਿ ਸ਼ਾਇਦ ਦੁਨੀਆ ਦੇ ਕੰਮ ਝੂਠ ਨਾਲ ਹੀ ਚੱਲਦੇ ਨੇ। ਇਹਦਾ ਮਤਲਬ ਕਿ ਜੋ ਸਾਡੇ ਧਰਮ ਗ੍ਰੰਥਾਂ 'ਚ ਜਾਂ ਸਾਡੇ ਧਾਰਮਿਕ ਪੁਰਖਾਂ ਨੇ ਕਿਹਾ ਉਹ ਗਲਤ ਹੋ ਗਿਆ। ਇਹ ਨਹੀਂ ਗੱਲ ਕਿ ਝੂਠ ਨਾਲ ਕੰਮ ਚੱਲਦੇ ਨੇ। ਕੰਮ ਚੱਲਦੇ ਆਖਰ ਸੱਚ ਦੇ ਨਾਲ, ਝੂਠ ਬਹੁਤਾ ਚਿਰ ਨਹੀਂ ਚੱਲਦਾ। ਦੁਨੀਆ ਦੇ ਅੰਦਰ ਨਜ਼ਰ ਮਾਰ ਲਈਏ, ਜਿਹੜੇ ਕਾਮਯਾਬ ਮਨੁੱਖ ਨੇ ਉਹ ਸੱਚ ਦੇ ਨਾਲ ਹੀ ਅੱਗੇ ਕਾਮਯਾਬ ਹੋਏ ਨੇ। ਝੂਠ ਦੇ ਨਾਲ ਕੋਈ ਬਹੁਤਾ ਚਿਰ ਨਹੀਂ ਚੱਲ ਸਕਦਾ। ਗੁਰਬਾਣੀ ਕਹਿੰਦੀ ਕੂੜ ਨਖੁੱਟੇ ਨਾਨਕਾ ਓੜਖ ਸੱਚ ਰਹੀ। ਦੁਨੀਆ ਦੇ ਬਦਲੇ ਆਪਾਂ ਦੀਨ ਗਵਾ ਦਿੰਦੇ ਆ, ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਗਵਾ ਦਿੰਦੇ ਆ, ਜ਼ਿੰਦਗੀ ਦੇ ਸੱਚ ਨਾਲੋਂ, ਜ਼ਿੰਦਗੀ ਦੇ ਧਰਮ ਨਾਲੋਂ ਟੁੱਟ ਜਾਂਦੇ ਆ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਸੀ, ਅਨ ਕਹੇ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਨਾ। ਬੰਦਾ ਜ਼ਿੰਦਗੀ 'ਚ ਪਾਪ ਤਾਂ ਕਰਦਾ ਹੈ, ਬੁਰੇ ਕਰਮ ਤਾਂ ਕਰਦਾ ਹੈ, ਧਨ ਦੌਲਤ ਬਹੁਤ ਇਕੱਤਰ ਕਰ ਲੈਂਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਜਦੋਂ ਉਹ ਅੰਦਰੋਂ ਪੀੜਤ ਹੁੰਦਾ ਹੈ ਨਾ, ਦੁਖੀ ਹੁੰਦਾ ਹੈ, ਉਦੋਂ ਕੋਈ ਮਦਦਗਾਰ ਨਹੀਂ ਬਣਦਾ। ਧਨ ਬੜਾ ਕੋਲ ਪਿਆ ਹੈ, ਬੰਦਾ ਦੁਖੀ ਬੜਾ ਹੈ, ਬੜਾ ਭਿਆਨਕ ਰੋਗ ਲੱਗ ਗਿਆ। ਡਾਕਟਰਾਂ ਨੂੰ ਕਹਿੰਦੇ ਡਾਕਟਰ ਸਾਹਿਬ ਪਾਣੀ ਪੈਸੇ ਵਾਂਗੂ ਵਹਾ ਦਾਂਗੇ, ਬਚਾ ਲਓ ਜਿਵੇਂ ਬਚਦਾ, ਇਹਨੂੰ ਕਿਸੇ ਤਰ੍ਹਾਂ ਇਸ ਪੀੜਾ ਤੋਂ ਬਚਾ ਲਓ। ਡਾਕਟਰ ਕਹਿੰਦਾ ਹੈ ਕਿ ਇੱਥੇ ਪੈਸਾ ਕੰਮ ਨਹੀਂ ਆਉਣਾ, ਹੁਣ ਇਹ ਤੇ ਪੀੜਾ ਇਹਨੂੰ ਸਹਿਣੀ ਪੈਣੀ ਹੈ। ਪਰਿਵਾਰ ਕਹਿੰਦਾ ਪੈਸੇ ਪਾਣੀ ਵਾਂਗੂ ਰੋੜ ਦਿੱਤੇ ਨੇ, ਹੁਣ ਕੀ ਕਰੀਏ, ਤੇ ਦੁੱਖ ਸਹਿਣੇ ਪੈਣਾ ਇਹਨੂੰ। ਪਰਿਵਾਰ ਵੀ ਹੱਥ ਖੜੇ ਕਰ ਗਿਆ, ਪੈਸਾ ਵੀ ਕੰਮ ਨਹੀਂ ਆਇਆ, ਡਾਕਟਰ ਵੀ ਕੰਮ ਨਹੀਂ ਆਏ। ਗੁਰਬਾਣੀ ਕਹਿੰਦੀ ਉੱਥੇ ਇੱਕੋ ਇੱਕ ਚੀਜ਼ ਕੰਮ ਆਉਂਦੀ ਬੰਦਿਆ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾ ਨਾਮ ਤੇਰਾ ਸੰਗ ਸਾਈ। ਜਿਹੜਾ ਰੋਜ਼ ਬਾਣੀ ਪੜ੍ਹਨ ਦੀ, ਰੋਜ਼ ਸਿਮਰਨ ਕਰਨ ਦੀ, ਰੋਜ਼ ਰੱਬ ਦੇ ਗੁਣ ਗਾਉਣ ਦੀ, ਜਾਂ ਜ਼ਿੰਦਗੀ ਅੰਦਰ ਸੱਚਾਈ ਨਾਲ ਜੁੜਨ ਦੀ ਗੱਲ ਕਹੀ ਹੈ, ਇਹਦਾ ਭਾਵ ਹੈ ਕਿ ਆਪਾਂ ਅੰਦਰੋਂ ਇੰਨੇ ਮਜ਼ਬੂਤ ਹੋ ਜਾਈਏ, ਸੱਚਾਈ ਨਾਲ ਜੁੜ ਕੇ ਅੰਦਰੋਂ ਇੰਨੇ ਪਾਵਰਫੁਲ ਹੋ ਜਾਈਏ ਕਿ ਜਮਦੂਤ ਵੀ ਸਾਡੇ ਕੋਲੋਂ ਡਰਨ ਲੱਗ ਪਏ। ਦੁਨੀਆ ਦੇ ਦੁੱਖ ਤਾਂ ਕੀ ਚੀਜ਼ ਹੈ, ਜਮਦੂਤ ਵੀ ਸਾਡੇ ਕੋਲੋਂ ਡਰਨ ਲੱਗ ਪੈਣ, ਪਰ ਉਹ ਤਾਂ ਹੋਏਗਾ ਜੇਕਰ ਆਪਾਂ ਗੁਰੂ ਕੇ ਸ਼ਬਦ ਦੇ ਰਾਹੀਂ ਜ਼ਿੰਦਗੀ ਅੰਦਰ ਰੱਬੀ ਗੁਣਾਂ ਦੇ ਧਾਰਨੀ ਬਣ ਕੇ ਅੰਦਰੋਂ ਇੰਨੇ ਮਜ਼ਬੂਤ ਹੋ ਜਾਵਾਂਗੇ, ਤਗੜੇ ਹੋ ਜਾਵਾਂਗੇ, ਤਾਂ ਹੋਏਗਾ। ਤੇ ਅੰਦਰੋਂ ਮਜ਼ਬੂਤ ਹੋਣ ਲਈ ਜ਼ਰੂਰੀ ਹੈ ਕਿ ਰੱਬ ਦੇ ਗੁਣ ਗਾਈਏ। ਸਰੀਰਕ ਤੌਰ ਤੇ ਤੰਦਰੁਸਤ ਰਹਿਣ ਦੇ ਲਈ ਰੋਜ਼ ਭੋਜਨ ਕਰਦੇ ਨਾ, ਆਪਾਂ ਨਹੀਂ ਕਰਾਂਗੇ ਸਰੀਰਕ ਤੌਰ ਤੇ ਰੋਗੀ ਹੋ ਜਾਵਾਂਗੇ, ਕਮਜ਼ੋਰ ਹੋ ਜਾਵਾਂਗੇ, ਖਤਮ ਹੋ ਜਾਵਾਂਗੇ। ਆਰਥਿਕ ਤੌਰ ਤੇ ਮਜ਼ਬੂਤ ਹੋਣ ਲਈ ਰੋਜ਼ ਕੰਮ ਕਰਦੇ ਨਾ, ਆਪਾਂ ਮਿਹਨਤ ਕਰਦੇ ਕਿ ਬਈ 4 ਪੈਸੇ ਚਾਹੀਦੇ ਨੇ ਜ਼ਿੰਦਗੀ ਅੰਦਰ, ਖੁਸ਼ਹਾਲੀ ਦੇ ਲਈ ਮਿਹਨਤ ਕਰਨੀ ਚਾਹੀਦੀ ਹੈ, ਬੜੀ ਚੰਗੀ ਗੱਲ ਹੈ। ਗੁਰਮਤਿ ਕਹਿੰਦੀ ਮਿਹਨਤ ਕਰੋ ਰੱਜ ਕੇ, ਪੈਸੇ ਹੋਣੇ ਚਾਹੀਦੇ ਨੇ ਕੋਲ। ਮਾਇਕ ਤੌਰ ਤੇ ਮਜ਼ਬੂਤ ਹੋਣ ਲਈ ਮਿਹਨਤ ਕਰਦੇ ਆ, ਸਰੀਰਕ ਤੌਰ ਤੇ ਤੰਦਰੁਸਤ ਰਹਿਣ ਦੇ ਲਈ ਆਪਾਂ ਭੋਜਨ ਕਰਦੇ ਆ। ਗੁਰਬਾਣੀ ਕਹਿੰਦੀ ਜੇ ਅੰਦਰੋਂ ਤਗੜੇ ਹੋਣਾ ਹੈ ਨਾ, ਮਜ਼ਬੂਤ ਹੋਣਾ ਹੈ, ਆਤਮਿਕ ਤੌਰ ਤੇ ਮਨ ਕਰਕੇ ਰੋਜ਼ ਰੱਬ ਦਾ ਭਜਨ ਵੀ ਕਰੋ, ਰੋਜ਼ ਰੱਬ ਦੇ ਗੁਣ ਗਾਓ। ਜੇ ਰੱਬ ਦੇ ਗੁਣ ਗਾਓਗੇ ਜ਼ਿੰਦਗੀ ਅੰਦਰ ਕੋਈ ਦੁੱਖ ਨਹੀਂ ਹੈ। ਤੁਹਾਨੂੰ ਜਮਦੂਤ ਵੀ ਤੁਹਾਡੇ ਕੋਲੋਂ ਡਰਨ ਲੱਗ ਪੈਣਗੇ। ਦੁੱਖਾਂ ਦੀ ਗੱਲ ਤਾਂ ਕਿਤੇ ਸੁਣ ਕੇ ਜਮ ਕੇ ਦੂਤ ਨਾਹੇ ਤੇਰਾ। ਗੁਰਬਾਣੀ ਨੇ ਦੁੱਖਾਂ ਤੋਂ ਭੱਜਣ ਦੀ ਗੱਲ ਨਹੀਂ ਕਹੀ। ਦੁੱਖਾਂ ਤੋਂ ਭੱਜ ਕੇ ਬੰਦਾ ਕਦੀ ਦੁੱਖਾਂ ਤੋਂ ਬਚ ਹੀ ਨਹੀਂ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੱਥੇ ਜਾਓਗੇ ਦੁੱਖ ਦੇ ਨਾਲ ਹੀ ਰਹਿਣੇ। ਦੁੱਖ ਬਾਹਰੋਂ ਨਹੀਂ, ਦੁੱਖ ਤੇ ਤੁਹਾਡੇ ਅੰਦਰੋਂ ਹੀ ਪੈਦਾ ਹੋਈ ਚਲੇ ਜਾਣੇ ਨੇ। ਦੁੱਖ ਬਾਹਰੋਂ ਨਹੀਂ ਹੋਣੇ, ਅੰਦਰੋਂ ਪੈਦਾ ਹੋਈ ਜਾਣੇ ਨੇ। ਗੁਰਬਾਣੀ ਨੇ ਸਾਨੂੰ ਅਜਿਹੇ ਮਜ਼ਬੂਤ ਬਣਾਉਣ ਦੀ ਗੱਲ ਕਹੀ ਹੈ, ਪਾਵਰਫੁਲ ਬਣਨ ਦੀ ਗੱਲ ਕੀ, ਕਿ ਦੁੱਖ ਆਪਣੇ ਆਪ ਹੀ ਭੱਜਣੇ ਸ਼ੁਰੂ ਹੋ ਜਾਣ। ਦੁੱਖ ਤੁਹਾਡੇ ਕੋਲ ਆ ਕੇ ਚਕਨਾਚੂਰ ਹੋ ਜਾਣ। ਗੁਰੂ ਕਾ ਇੱਕ ਬਚਨ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ। ਦੁੱਖ ਵਿੱਚ ਰਹਿੰਦਿਆਂ ਆਪਾਂ ਸੁੱਖ ਨੂੰ ਮਨਾਉਣਾ। ਅਜਿਹੀ ਅਵਸਥਾ ਗੁਰਬਾਣੀ ਸਾਨੂੰ ਪ੍ਰਦਾਨ ਕਰਨਾ ਚਾਹੁੰਦੀ। ਸਾਹਿਬ ਕਹਿੰਦੇ ਨੇ ਕਿ ਵਾਹਿਗੁਰੂ ਜੀ ਦੀ ਵਡਿਆਈ ਕਰਨੀ ਵੱਡੀ ਗੱਲ ਹੈ, ਕਿਉਂਕਿ ਵਾਹਿਗੁਰੂ ਜੀ ਦੀ ਵਡਿਆਈ ਹੀ ਸਾਡੀ ਜ਼ਿੰਦਗੀ ਦਾ ਫਲ ਹੈ। ਵਾਹਿਗੁਰੂ ਜੀ ਦੀ ਵਡਿਆਈ ਨੇ ਹੀ ਸਾਡੇ ਨਾਲ ਜਾਣਾ ਹੈ, ਹੋਰ ਕਿਸੇ ਚੀਜ਼ ਨੇ ਸਾਡੇ ਨਾਲ ਨਹੀਂ ਜਾਣਾ। ਇਸ ਕਰਕੇ ਸਾਹਿਬ ਕਹਿੰਦੇ ਇਹ ਸਾਡੀ ਜ਼ਿੰਦਗੀ ਦਾ ਫਲ ਹੈ, ਸਾਡੀ ਜ਼ਿੰਦਗੀ ਦਾ ਮਨੋਰਥ ਹੈ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ। ਵਾਹਿਗੁਰੂ ਜੀ ਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ, ਸਾਨੂੰ ਉਹਦੇ ਗੁਣ ਇਸ ਕਰਕੇ ਵੀ ਗਾਉਣੇ ਚਾਹੀਦੇ ਨੇ ਕਿ ਉਹ ਕਿਸੇ ਦੇ ਚੁਗਲ ਮਗਰ ਲੱਗ ਕੇ ਸਾਡਾ ਕੰਮ ਨਹੀਂ ਖਰਾਬ ਕਰੇਗਾ। ਦੁਨਿਆਵੀ ਕਿਸੇ ਰਾਜੇ ਨਾਲ, ਹਾਕਮ ਨਾਲ ਤੁਹਾਡਾ ਪਿਆਰ ਪੈ ਗਿਆ ਨਾ, ਚੁਗਲਖੋਰਾਂ ਨੇ ਚੂਲ ਮਾਰ ਦਿੱਤੀ ਤੇ ਤੁਹਾਡਾ ਬਣਿਆ ਬਣਾਇਆ ਕੰਮ ਤਬਾਹ ਹੋ ਜਾਣਾ।
ਪੜ੍ਹ ਲਓ ਹਾਕਮਾਂ ਦਾ ਇਤਿਹਾਸ, ਚੁਗਲਖੋਰਾਂ ਨੇ ਉਹਨਾਂ ਕੋਲ ਬੜੇ ਬੜੇ ਗਲਤ ਕੰਮ ਕਰਾ ਦਿੱਤੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਪਰਮਾਤਮਾ ਦੀ ਇਹ ਮਹਾਨਤ ਹੈ, ਉਹਦੇ ਗੁਣ ਇਸ ਕਰਕੇ ਗਾਉਣੇ ਨੇ ਕਿ ਪਰਮਾਤਮਾ ਕਿਸੇ ਚੁਗਲ ਦੀ ਗੱਲ ਸੁਣਦਾ ਹੀ ਨਹੀਂ। ਉਹਨੇ ਜੋ ਕੁਝ ਕਰਨਾ ਉਹ ਕਿਸੇ ਦੀ ਸਲਾਹ ਨਹੀਂ ਲੈਣੀ। ਬੀਓ ਪੂਛ ਨ ਮਸਲਤ ਧਰੈ, ਜੋ ਕੁਛ ਕਰੈ ਸੋ ਆਪੇ ਕਰੇ। ਜੋ ਕੁਝ ਕਰਦਾ ਉਹ ਆਪ ਹੀ ਕਰਦਾ, ਕਿਸੇ ਕੋਲੋਂ ਸਲਾਹ ਨਹੀਂ ਲੈਂਦਾ। ਇਸ ਕਰਕੇ ਪਰਮਾਤਮਾ ਦੇ ਗੁਣ ਗਾਓ। ਜੇ ਉਹ ਟੁੱਟ ਗਿਆ ਤੇ ਉਹਦੀ ਰਹਿਮਤ ਤੋਂ ਤੁਹਾਨੂੰ ਕੋਈ ਵਾਂਝਿਆ ਨਹੀਂ ਕਰ ਸਕਦਾ। ਜੇ ਉਹ ਕਿਰਪਾ ਦੇ ਘਰ 'ਚ ਆ ਗਿਆ, ਉਹਦੀ ਕਿਰਪਾ ਤੋਂ ਕੋਈ ਤੁਹਾਨੂੰ ਬਚਾ ਨਹੀਂ, ਵਾਂਝਿਆ ਨਹੀਂ ਕਰ ਸਕਦਾ। ਉਹਦੀ ਕਿਰਪਾ ਤੁਹਾਡੇ ਉੱਪਰ ਜ਼ਰੂਰ ਹੋਏਗੀ, ਬਖਸ਼ ਜ਼ਰੂਰ ਹੋਏਗੀ। ਇਸ ਕਰਕੇ ਉਹ ਵਾਹਿਗੁਰੂ ਜੀ ਕਿਸੇ ਚੁਗਲ ਦਾ ਕਿਹਾ ਹੋਇਆ ਸੁਣਦਾ ਨਹੀਂ ਹੈ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ ਕਿ ਵਾਹਿਗੁਰੂ ਜੀ ਦੀ ਵਡਿਆਈ ਭਈ ਇਸ ਕਰਕੇ ਵੱਡੀ ਹੈ। ਦੇਖੋ ਨਾ, ਵਾਹਿਗੁਰੂ ਜੀ ਸਾਨੂੰ ਰਿਜ਼ਕ ਦੇ ਰਿਹਾ, ਕਿਸੇ ਪਾਲੋਂ ਪੁੱਛਦਾ ਹੋ? ਪਰਮਾਤਮਾ ਕਿਸੇ ਦੀ ਰਹਿ ਨਹੀਂ ਲੈਂਦਾ, ਬਿਨਾਂ ਪੁੱਛਣ ਤੋਂ ਸਾਨੂੰ ਰਿਜ਼ਕ ਦੇਈ ਜਾ ਰਿਹਾ। ਦੇਖੋ, ਮੰਗਣਾ ਇੱਕ ਸਾਡੇ ਸੁਭਾਅ ਦਾ ਅੰਗ ਬਣ ਗਿਆ। ਮੰਗਣਾ ਵੈਸੇ ਮਾੜੀ ਗੱਲ ਨਹੀਂ ਹੈ, ਪਰ ਆਪਾਂ ਦੁਨੀਆ ਦੇ ਪਦਾਰਥਾਂ ਨੂੰ ਮੰਗਣਾ ਹੀ ਮੰਗਣਾ ਕਹਿੰਦੇ ਆ। ਆਪਾਂ ਮੰਗਦੇ ਆ ਦੁਨੀਆ ਦੇ ਪਦਾਰਥ, ਦੁਨੀਆ ਹੀ ਮੰਗਦੇ ਆ। ਸਤਿਗੁਰੂ ਜੀ ਕਹਿੰਦੇ ਮੰਗਣਾ ਮਾੜੀ ਗੱਲ ਨਹੀਂ ਹੈ। ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਮੰਗੋ ਤੇ ਗੁਰੂ ਦਾ ਪਿਆਰ ਮੰਗੋ, ਮੰਗੋ ਤੇ ਪਰਮਾਤਮਾ ਦੀ ਸਿਫਤ ਸਲਾਹ ਮੰਗੋ। ਮੰਗਣਾ ਸਾਡੇ ਸੁਭਾਅ 'ਚ ਆ ਗਿਆ ਹੈ। ਜੋ ਕੁਝ ਮੰਗਣਾ ਸੀ ਉਹ ਤੇ ਆਪਾਂ ਮੰਗਦੇ ਨਹੀਂ, ਪਰ ਜੋ ਸਾਨੂੰ ਆਪਣੇ ਆਪ ਮਿਲੀ ਜਾ ਰਿਹਾ ਉਹੀ ਆਪਾਂ ਮੰਗ ਰਹੇ ਹਾਂ। ਰਿਜ਼ਕ ਆਪਣੇ ਆਪ ਪਰਮਾਤਮਾ ਦੇ ਰਿਹਾ। ਆਪਾਂ ਪਤਾ ਕੀ ਕਹਿੰਦੇ ਜੀ, ਅਰਦਾਸ ਕੀਤੀ ਰੱਬ ਨੇ ਤਾਂ ਦਾਤ ਦਿੱਤੀ। ਚਲੋ ਚੰਗੀ ਗੱਲ ਹੈ, ਅਰਦਾਸ ਕਰਨਾ ਤੇ ਬਹੁਤ ਵਧੀਆ ਗੱਲ ਹੈ, ਪਰ ਅਰਦਾਸ ਆਪਾਂ ਦੁਨੀਆ ਦੇ ਕੰਮਾਂ ਲਈ ਕਿਉਂ ਕਰੀਏ? ਕੇਵਲ ਕਰੋ, ਪਰ ਕੇਵਲ ਦੁਨੀਆ ਦੇ ਕੰਮਾਂ ਲਈ ਕਿਉਂ? ਅਰਦਾਸ ਕਰਦੇ ਕਦੀ ਰੱਬ ਨੂੰ ਮੰਗ ਲਈਏ, ਮੁੜ ਕੇ ਦੁਨੀਆ ਦੇ ਪਦਾਰਥਾਂ ਦੀ ਤੋਟ ਹੀ ਨਹੀਂ ਰਹੇਗੀ। ਜੇ ਪਰਮਾਤਮਾ ਮਿਲ ਗਿਆ, ਉਹਦਾ ਪਿਆਰ ਮਿਲ ਗਿਆ, ਪਦਾਰਥ ਆਪਣੇ ਆਪ ਆਈ ਜਾਣੇ। ਨਾਲੇ ਜਿੱਥੋਂ ਤੱਕ ਪਦਾਰਥਾਂ ਦੀ ਗੱਲ ਹੈ ਨਾ, ਪਰਮਾਤਮਾ ਨੇ ਸਾਨੂੰ ਇਸ ਦੁਨੀਆ 'ਚ ਆਉਣ ਤੋਂ ਪਹਿਲਾਂ ਜੋ ਕੁਝ ਸਾਨੂੰ ਚਾਹੀਦਾ ਪਹਿਲਾਂ ਹੀ ਦੇ ਦਿੱਤਾ, ਪਹਿਲਾਂ ਹੀ ਸਾਡੇ ਲਈ ਬਣਾ ਦਿੱਤਾ। ਹੋਰ ਕੁਝ ਉਹ ਵਧਣਾ ਨਹੀਂ ਹੈ ਤੇ ਨਾ ਕੁਝ ਘਟਣਾ ਹੈ। ਸਾਡੇ ਮੰਗਿਆਂ ਕੋ ਵਧਣਾ ਨਹੀਂ ਹੈ ਤੇ ਕਿਸੇ ਦੇ ਖੋਇਆਂ ਕੋ ਘਟਣਾ ਨਹੀਂ ਹੈ। ਗੁਰੂ ਸਾਹਿਬ ਜੀ ਦੇ ਇਹ ਬਚਨ ਨੇ ਕਿ ਪਹਿਲੋਂ ਦੇਤਾ ਹੈ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਹੈ ਜੰਤ ਉਪਾਹਾ। ਵਾਹਿਗੁਰੂ ਜੀ ਪਹਿਲਾਂ ਤੁਸੀਂ ਰਿਜ਼ਕ ਬਣਾਇਆ ਤੇ ਫਿਰ ਤੁਸੀਂ ਜੀਵ ਨੂੰ ਇਸ ਦੁਨੀਆ ਅੰਦਰ ਭੇਜਿਆ। ਵਾਹਿਗੁਰੂ ਦੀ ਮਿਹਰ ਨਾਲ ਆਪਾਂ ਗ੍ਰਸਤੀ ਆ, ਸਾਰੇ ਘਰਾਂ 'ਚ ਬੱਚੇ ਪੈਦਾ ਹੁੰਦੇ ਨੇ। ਬੱਚੇ ਦੇ ਆਉਣ ਤੋਂ ਪਹਿਲਾਂ ਮਾਤਾ ਦੇ ਰਾਹੀਂ ਅੰਮ੍ਰਿਤ ਵਰਗਾ ਦੁੱਧ ਪਰਮਾਤਮਾ ਉਹਦੇ ਲਈ ਭੇਜ ਦਿੰਦਾ। ਬੱਚੇ ਦਾ ਜੇ ਜਨਮ ਨਹੀਂ ਹੋਇਆ, ਮਾਤਾ ਪਿਤਾ ਕਿੰਨੇ ਚਾਅ ਨਾਲ ਉਹਦੇ ਲੀੜੇ ਕੱਪੜੇ ਪਹਿਲਾਂ ਹੀ ਤਿਆਰ ਕਰੀ ਚਲੇ ਜਾਂਦੇ ਨੇ, ਉਹਦੇ ਖਿਡੌਣੇ ਤਿਆਰ ਕਰੀ ਚਲੇ ਜਾਂਦੇ ਨੇ, ਉਹਦੇ ਖੇਡਣ ਦਾ, ਉਹਦੇ ਰਹਿਣ ਪੀਣ ਦਾ, ਉਹਦੇ ਖਾਣ ਪੀਣ ਦਾ ਪ੍ਰਬੰਧ ਪਹਿਲਾਂ ਹੀ ਹੋ ਗਿਆ। ਪਰਮਾਤਮਾ ਨੂੰ ਤੇ ਇੰਨਾ ਫਿਕਰ ਹੈ ਕਿ ਜਨਮ ਤੋਂ ਪਹਿਲਾਂ ਉਹਦਾ ਰਿਜ਼ਕ, ਧਰਤੀ ਪਹਿਲਾਂ ਬਣੀ ਹੈ ਨਾ, ਰਿਜ਼ਕ ਪਹਿਲਾਂ ਬਣਿਆ, ਮਨੁੱਖ ਬਾਅਦ ਵਿੱਚ ਆਇਆ ਇਸ ਧਰਤੀ ਦੇ ਉੱਪਰ। ਤੇ ਰਿਜ਼ਕ ਇੰਨਾ ਬਣ ਗਿਆ ਕਿ ਧਰਤੀ ਤੇ ਦੀ ਤੋਟ ਹੀ ਕੋਈ ਨਹੀਂ ਹੈ। ਦਿਨ ਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਈ। ਜਿੰਨਾ ਮਰਜ਼ੀ ਮਨੁੱਖ ਖਾਈ ਜਾਏ, ਖਾਦਿਆਂ ਨਹੀਂ ਮੁੱਕਦਾ। ਲੇਕਿਨ ਮਨੁੱਖ ਜਦੋਂ ਤ੍ਰਿਸ਼ਨਾਲੂ ਬਿਰਤੀ ਅਨੁਸਾਰ ਕੇਵਲ ਇੱਕ ਥਾਂ ਤੇ ਭੰਡਾਰ ਇਕੱਠੇ ਕਰ ਕਰਕੇ ਸਾੜੀ ਜਾਂਦਾ ਹੈ, ਉਦੋਂ ਮਨੁੱਖਤਾ 'ਚ ਜ਼ਰੂਰ ਕਾਣੀ ਵੰਡ ਹੁੰਦੀ ਹੈ। ਰੱਬ ਦੀਆਂ ਦਾਤਾਂ 'ਚ ਕਮੀ ਕੋਈ ਨਹੀਂ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਥਾਂ ਦੇ ਬਚਨ ਕਹੇ ਨੇ ਕਿ ਪਰਮਾਤਮਾ ਬਿਨਾਂ ਮੰਗਿਆਂ ਤੋਂ ਰਿਜ਼ਕ ਦਿੰਦਾ ਹੈ। ਸ਼ੈਲ ਪੱਥਰ ਮੈਂ ਰਿਜ਼ਕ ਜੰਤੂ ਬਾਏ ਤਾਂ ਕਾ ਰਿਜ਼ਕ ਆਗੇ ਕਰਤ ਰਿਹਾ। ਪੱਥਰਾਂ 'ਚ ਵੀ ਬਾਬਾ ਧੰਨਾ ਜੀ ਦਾ ਗੁਰਬਾਣੀ ਵਿੱਚ ਇੱਕ ਬੜਾ ਸੁੰਦਰ ਬਚਨ ਹੈ ਕਿ ਉਹ ਪਰਮਾਤਮਾ ਜਿਹੜਾ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ। ਸਾਨੂੰ ਜਠਰ ਅਗਨੀ ਵਿੱਚ ਵੀ ਸਾਡਾ ਰਿਜ਼ਕ ਪਹੁੰਚਾ ਰਿਹਾ ਪਰਮਾਤਮਾ, ਮਾਤਾ ਕੇ ਉਦਰ 'ਚ ਵੀ ਸਾਡੀ ਪ੍ਰਤਪਾਲਨਾ ਕਰ ਰਿਹਾ ਪਰਮਾਤਮਾ। ਇਹੋ ਜਿਹਾ ਵਾਲਕ ਵਾਹਿਗੁਰੂ। ਜਦੋਂ ਸਾਡੇ ਕੋਲ ਬੋਲਣ ਦਾ, ਸੁਣਨ ਦਾ, ਕੰਮ ਕਰਨ ਦਾ ਕੋਈ ਸਾਧਨ ਨਹੀਂ, ਉਦੋਂ ਰਿਜ਼ਕ ਮਿਲਦਾ ਸੀ। ਹੁਣ ਤੇ ਵਾਹਿਗੁਰੂ ਜੀ ਨੇ ਬੜਾ ਸੋਹਣਾ ਸਰੀਰ ਦਿੱਤੇ, ਤੰਦਰੁਸਤੀ ਦਿੱਤੀ, ਸਾਧਨ ਤੇ ਕਿਉਂ ਨਹੀਂ ਮਿਲੇਗਾ ਬਈ? ਪਰ ਬੜੀ ਹੈਰਾਨੀ ਗੱਲ, ਬੱਚੇ ਨੂੰ ਰਿਜ਼ਕ ਦੀ ਚਿੰਤਾ ਨਹੀਂ, ਉਹਨੂੰ ਪਤਾ ਮਿਲ ਜਾਣਾ। ਬੱਚੇ ਨੂੰ ਰਿਜ਼ਕ ਦੀ ਚਿੰਤਾ ਨਹੀਂ, ਉਹਨੂੰ ਪਤਾ ਮਿਲ ਜਾਣਾ। ਲੇਕਿਨ ਜਦੋਂ ਬੰਦਾ ਸਿਆਣਾ ਹੁੰਦਾ, ਇਹਨੂੰ ਚਿੰਤਾ ਹੀ ਰਿਜ਼ਕ ਦੀ ਲੱਗ ਜਾਂਦੀ ਹੈ। ਬੰਦਾ 84 ਲੱਖ ਜੂਨਾਂ ਚੋਂ ਉੱਤਮ ਗਿਣਿਆ ਜਾਂਦਾ ਹੈ, 84 ਲੱਖ ਜੂਨਾਂ ਦਾ ਸਰਦਾਰ ਗਿਣਿਆ ਜਾਂਦਾ ਹੈ। ਗੁਰਬਾਣੀ ਵੀ ਕਹਿੰਦੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ। ਜਾਨਵਰਾਂ ਨੂੰ ਰਿਜ਼ਕ ਦੀ ਚਿੰਤਾ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਾਨਵਰ ਰਾਤ ਨੂੰ ਜਿਹੋ ਜਿਹਾ ਮਿਲਿਆ ਖਾ ਕੇ ਸੌ ਜਾਂਦੇ, ਬੇਫਿਕਰ ਹੋ ਕੇ ਸਵੇਰੇ ਫਿਰ ਘਾਵ ਨਾਲ ਹੀ ਦਿਮਾਗ ਪੈਂਦਾ, ਉਹਨਾਂ ਨੂੰ ਚਿੰਤਾ ਨਹੀਂ।
ਸਭ ਤੋਂ ਜ਼ਿਆਦਾ ਚਿੰਤਾ ਮਨੁੱਖ ਨੂੰ ਰਿਜ਼ਕ ਦੀ ਹੈ। ਸਭ ਤੋਂ ਜ਼ਿਆਦਾ ਚਿੰਤਾ ਮਨੁੱਖ ਹੀ ਕਰਦਾ ਹੈ ਰਿਜ਼ਕ ਦੀ। ਚਿੰਤਾ ਲਈ ਹੇਰਾ ਫੇਰੀਆਂ ਕਰਦਾ ਹੈ, ਰਿਜ਼ਕ ਲਈ ਝੂਠ ਬੋਲਦਾ ਹੈ, ਹੇਰਾ ਫੇਰੀਆਂ ਕਰਦਾ ਹੈ, ਧੱਕਾ ਜੋਰੀ ਕਰਦਾ ਹੈ, ਆਪਣੀ ਜ਼ਿੰਦਗੀ ਦੇ ਸੁੱਖ ਨੂੰ ਖਰਾਬ ਕਰ ਲਿਆ ਮਨੁੱਖ ਨੇ। ਇਸ ਕਰਕੇ ਗੁਰੂ ਬਾਬਾ ਜੀ ਕਹਿੰਦੇ ਉਹ ਪਰਮਾਤਮਾ ਨੂੰ ਯਾਦ ਕਰੋ। ਭਾਈ ਗੁਰਦਾਸ ਜੀ ਦਾ ਇੱਕ ਬਚਨ ਕਿ ਪਰਵਰਦਗਾਰ ਸਲਾਈ ਹੈ ਸਿਸ਼ਟ ਉਪਾਈ ਰੰਗ ਬਰੰਗੀ ਰਾਜ ਕ੍ਰਿਜਕ ਸਮਾਹੇ ਦਾ ਸਭਨਾ ਦਾਤ ਕਰੇ ਅਣ ਮੰਗੀ। ਉਹ ਪਰਮਾਤਮਾ ਬਿਨਾ ਮੰਗਣ ਤੋਂ ਹੀ ਰਿਜ਼ਕ ਸਾਰਿਆਂ ਨੂੰ ਦੇ ਰਿਹਾ। ਦੇਖੋ ਅਸੀਂ ਤੇ ਕਹਿੰਦੇ ਮੰਗਿਆ ਸੀ ਜੀ ਮਿਲ ਗਿਆ। ਚੋਰ ਕਦੀ ਨਹੀਂ ਮੰਗਦੇ, ਨਾਸਤਕ ਕਦੀ ਨਹੀਂ ਮੰਗਦਾ, ਪਸ਼ੂ ਪੰਛੀ ਕਦੀ ਨਹੀਂ ਮੰਗਦੇ, ਉਹਨਾਂ ਨੂੰ ਮਿਲ ਰਿਹਾ ਨਾ। ਕਿਉਂਕਿ ਪ੍ਰਮਾਤਮਾ ਨੇ ਜੇ ਜੀਵ ਪੈਦਾ ਕੀਤਾ ਹੈ, ਇਹਨੂੰ ਰਿਜ਼ਕ ਦੇਣਾ ਪ੍ਰਮਾਤਮਾ ਦੀ ਡਿਊਟੀ ਹੈ, ਮਨੁੱਖ ਦੀ ਡਿਊਟੀ ਨਹੀਂ। ਗੁਰਬਾਣੀ ਸਤਿਗੁਰੂ ਜੀ ਨੇ ਬਚਨ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਉਹ ਬੰਦਿਆ ਜਿਨ ਤੈਨੂੰ ਪੈਦਾ ਕੀਤਾ ਰਿਜ਼ਕ ਤੇ ਉਹਨੇ ਦੇਣਾ, ਤੂੰ ਕੌਣ ਉਹਨੇ ਰਿਜ਼ਕ ਕਮਾਉਣ ਵਾਲਾ। ਰਿਜ਼ਕ ਸਾਡੇ ਦੇਖੋ ਯਤਨ ਕਰਨਾ, ਮਿਹਨਤ ਕਰਨੀ, ਇਹ ਸਾਡਾ ਇੱਕ ਫਰਜ਼ ਹੈ। ਪਸ਼ੂ ਪੰਛੀ ਵੀ ਮਿਹਨਤ ਕਰਦੇ ਨੇ। ਜੇ ਤੁਸੀਂ ਕਹੋ ਨਾ ਕਿ ਆਪਾਂ ਆਪਣੀ ਮਿਹਨਤ ਨਾਲ ਹੀ ਰਿਜ਼ਕ ਲੈ ਲਵਾਂਗੇ ਜਾਂ ਆਪਣੇ ਰੁਪਈਏ ਪੈਸੇ ਨਾਲ ਰਿਜ਼ਕ ਖਰੀਦ ਲਵਾਂਗੇ, ਨਹੀਂ ਮਿਲਣਾ। ਜੇ ਵਾਹਿਗੁਰੂ ਧਰਤੀ ਚਾਨੀ ਨਹੀਂ ਪੈਦਾ ਕਰੇਗਾ ਤੇ ਤੁਹਾਡੇ ਪੈਸੇ ਕੀ ਕਰਨਗੇ ਭਾਈ। ਜੇ ਵਾਹਿਗੁਰੂ ਧਰਤੀ 'ਚ ਅੰਨ ਨਹੀਂ ਪੈਦਾ ਹੋਇਆ ਕਰੇਗਾ, ਫਸਲ ਨਹੀਂ ਹੋਏਗੀ, ਮਾਰਕੀਟ 'ਚ ਪੈਸੇ ਲੈ ਕੇ ਘੁੰਮੀ ਜਾਓ, ਕਿੱਥੋਂ ਮਿਲੇਗਾ ਰਿਜ਼ਕ ਤੁਹਾਨੂੰ। ਇਹ ਰਿਜ਼ਕ ਉਹਦੀ ਕਿਰਪਾ ਨਾਲ ਮਿਲ ਰਿਹਾ, ਉਹਦੀ ਮਿਹਰ ਦੇ ਨਾਲ ਮਿਲ ਰਿਹਾ। ਇਸ ਕਰਕੇ ਗੁਰੂ ਬਾਬਾ ਜੀ ਕਹਿੰਦੇ ਪ੍ਰਮਾਤਮਾ ਬਿਨਾਂ ਮੰਗਣ ਤੋਂ ਰਿਜ਼ਕ ਦੇ ਰਿਹਾ ਹੈ। ਇਸ ਕਰਕੇ ਪ੍ਰਮਾਤਮਾ ਦੀ ਕੀਰਤੀ ਕਰੀਏ। ਆਪਾਂ ਨੂੰ ਉਹਦੇ ਪਾਸੋਂ ਮੰਗਣਾ ਵੀ ਨਹੀਂ ਪੈਂਦਾ। ਆਪਾਂ ਜੇ ਮੰਗਣਾ ਹੀ ਹੈ ਤੇ ਕੇਵਲ ਇੱਕ ਅਰਦਾਸ ਕਰੀਏ ਕਿ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ। ਵਾਹਿਗੁਰੂ ਜੀ ਸਾਡੇ ਮਾਲਕ ਹੋ, ਦਾਤੇ ਹੋ, ਤੁਸੀਂ ਰਿਜ਼ਕ ਦਾਤੇ ਹੋ, ਸਾਡੇ ਤੇ ਦਇਆ ਦ੍ਰਿਸ਼ਟੀ ਕਰੋ ਕਿ ਤੁਹਾਡੇ ਰੰਗ ਵਿੱਚ, ਤੁਹਾਡੇ ਪਿਆਰ 'ਚ ਜੁੜ ਕੇ ਤੁਹਾਡੇ ਗੁਣ ਗਾ ਸਕੀਏ। ਸਤਿਗੁਰੂ ਜੀ ਨੇ ਇਸ ਪਾਵਨ ਪੌੜੀ ਰਾਹੀਂ ਵਾਹਿਗੁਰੂ ਜੀ ਦੀ ਵਡਿਆਈ ਕਰਨ ਦੀ ਪ੍ਰੇਰਣਾ ਕੀਤੀ ਹੈ। ਕਿਉਂ ਕਰਨੀ ਹੈ? ਕਿਉਂਕਿ ਵਾਹਿਗੁਰੂ ਜੀ ਦੇ ਦਰ ਤੇ ਧਰਮ ਦਾ ਨਿਆਂ ਹੈ, ਕਿਉਂਕਿ ਵਾਹਿਗੁਰੂ ਜੀ ਦੀ ਵਡਿਆਈ ਵੱਡੀ ਹੈ, ਕਿਉਂਕਿ ਵਾਹਿਗੁਰੂ ਜੀ ਜਿਹੜਾ ਹੈ ਉਹ ਕਿਸੇ ਚੁਗਲ ਦੀ ਗੱਲ ਨਹੀਂ ਸੁਣਦਾ, ਕਿਉਂਕਿ ਵਾਹਿਗੁਰੂ ਜੀ ਦੇ ਗੁਣ ਗਾਉਣਾ ਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ, ਸਾਡੀ ਜ਼ਿੰਦਗੀ ਦੀ ਸਫਲਤਾ ਦਾ ਸਾਧਨ ਹੈ। ਵਾਹਿਗੁਰੂ ਜੀ ਦੇ ਗੁਣ ਇਸ ਕਰਕੇ ਗਾਉਣੇ ਨੇ ਕਿ ਬਿਨਾਂ ਮੰਗਿਆ ਸਾਨੂੰ ਰਿਜ਼ਕ ਦੇ ਹੀ ਜਾ ਰਿਹਾ ਹੈ। ਆਪਾਂ ਕਹਿੰਦੇ ਰਿਜ਼ਕ ਮੰਗਿਆ, ਦੇਖੋ ਇਹ ਜ਼ਿੰਦਗੀ ਆਪਾਂ ਰੱਬ ਪਾਸੋਂ ਮੰਗੀ ਨਹੀਂ ਸੀ। ਕੋਈ ਦੱਸੇ ਕਿ ਮੈਂ ਮੰਗੀ ਸੀ ਜ਼ਿੰਦਗੀ ਤਾਂ ਮਿਲੀ ਹੈ। ਸਾਨੂੰ ਬਿਨਾਂ ਮੰਗਣ ਤੋਂ ਮਨੁੱਖਾ ਜ਼ਿੰਦਗੀ ਮਿਲੀ ਹੈ ਨਾ। ਬਿਨਾਂ ਮੰਗਣ ਤੋਂ ਸੋਹਣੀਆਂ ਅੱਖਾਂ ਦਿੱਤੀਆਂ ਨੇ, ਨੈਣ ਪ੍ਰਾਣ ਦਿੱਤੇ ਨੇ, ਤੰਦਰੁਸਤੀ ਦਿੱਤੀ ਹੈ। ਇਹ ਗੱਲ ਵੱਖਰੀ ਹੈ ਕਿ ਬਿਨਾਂ ਮੰਗਣ ਤੋਂ ਜੋ ਕੁਝ ਮਿਲਿਆ ਉਹਦੀ ਆਪਾਂ ਕਦਰ ਨਹੀਂ ਕਰਦੇ, ਉਹਦੀ ਕੀਮਤ ਨੂੰ ਆਪਾਂ ਨਹੀਂ ਜਾਣਦੇ। ਤੇ ਜਦੋਂ ਕਿਤੇ ਇਹ ਚੀਜ਼ਾਂ ਚਲੀਆਂ ਜਾਂਦੀਆਂ ਫੇਰ ਸਾਨੂੰ ਕੀਮਤ ਦਾ ਪਤਾ ਲੱਗਦਾ ਹੈ। ਕਿਤੇ ਭੱਖ ਅਪੱਖ ਖਾ ਕੇ ਸਰੀਰ 'ਚ ਕੋਈ ਰੋਗ ਆ ਜਾਏ, ਇਵੇਂ ਕਹਿ ਲੋ ਕਿ ਜ਼ਿੰਦਗੀ ਅੰਦਰ ਕਿਤੇ ਕਿਡਨੀਆਂ ਖਰਾਬ ਹੋ ਜਾਣ, ਫੇਰ ਆਪਾਂ ਮੰਗਦੇ ਕਿ ਤੰਦਰੁਸਤੀ ਮਿਲ ਜਾਏ। ਅੱਖਾਂ ਖਰਾਬ ਹੋ ਜਾਣ, ਕੋਈ ਹੋਰ ਰੋਗ ਆ ਜਾਏ, ਫਿਰ ਆਪਾਂ ਮੰਗਦੇ ਕਿ ਸਾਨੂੰ ਮਿਲੇ। ਪਰ ਜੋ ਰੱਬ ਨੇ ਬਿਨਾਂ ਮੰਗਣ ਤੋਂ ਦਿੱਤਾ ਉਹਦੇ ਲਈ ਆਪਾਂ ਕਦੀ ਸ਼ੁਕਰਾਨਾ ਹੀ ਨਹੀਂ ਕਰਦੇ। ਸਾਹਿਬ ਜੀ ਕਹਿੰਦੇ ਉਸ ਪ੍ਰਮਾਤਮਾ ਦੀ ਨਿਤ ਵਡਿਆਈ ਕਰੋ ਜਿਹਨੇ ਬਿਨਾਂ ਮੰਗਣ ਤੋਂ ਇੰਨਾ ਕੁਝ ਸਾਨੂੰ ਦਿੱਤਾ, ਉਹਦੇ ਗੁਣ ਗਾਇਆ ਕਰੋ। ਜੇ ਸਾਡੇ ਹੱਥ 'ਚ ਕਲਮ ਆਈ ਹੈ, ਜੇ ਵਾਹਿਗੁਰੂ ਜੀ ਨੇ ਸਾਨੂੰ ਕੋਈ ਵਿਦਿਆ ਦਿੱਤੀ ਹੈ, ਜੇ ਵਾਹਿਗੁਰੂ ਜੀ ਨੇ ਕੋਈ ਪਾਵਰ ਦਿੱਤੀ ਹੈ, ਉਧਰ ਹੀ ਆਪਾਂ ਉਹੀ ਕੰਮ ਕਰਨਾ ਜਿਹਦੇ ਨਾਲ ਪ੍ਰਮਾਤਮਾ ਦੀ ਰਹਿਮਤ ਮਿਲੇ। ਮਨੁੱਖਤਾ ਦੀ ਸੇਵਾ ਕਰਨਾ ਹੀ ਪ੍ਰਮਾਤਮਾ ਦੇ ਗੁਣ ਗਾਉਣੇ। ਕਲਮ ਦੇ ਨਾਲ ਮਨੁੱਖਤਾ ਦੇ ਉਧਾਰ ਲਈ ਲਿਖਣਾ। ਅੱਜ ਦੇ ਇਸ ਮੁੱਖ ਵਾਕ ਅੰਦਰ ਸਤਿਗੁਰੂ ਜੀ ਨੇ ਵਾਹਿਗੁਰੂ ਜੀ ਦੀ ਵਡਿਆਈ ਕਰਦਿਆਂ ਉਹਨਾਂ ਕਲਮਾਂ ਵਾਲਿਆਂ ਨੂੰ ਵੀ ਤਾੜਨਾ ਕੀਤੀ ਹੈ ਜਿਨ੍ਹਾਂ ਕਲਮਾਂ ਦੇ ਰਾਹੀਂ ਮਨੁੱਖਤਾ ਦਾ ਘਾਤ ਕਰਨ ਦੇ ਲਈ ਕਲਮਾਂ ਚੱਲਦੀਆਂ ਨੇ। ਮਨੁੱਖਤਾ ਦਾ ਘਾਤ ਕਰਨ ਦੇ ਲਈ ਕਲਮਾਂ ਜਿਹੜੀਆਂ ਲੇਖ ਲਿਖਦੀਆਂ ਨੇ ਜਾਂ ਇਹੋ ਜਿਹੇ ਫੈਸਲੇ ਕੀਤੇ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਇਹੋ ਜਿਹੀਆਂ ਕਲਮਾਂ ਸੜ ਜਾਣ, ਇਹੋ ਜਿਹੀਆਂ ਕਲਮਾਂ ਦੀ ਲੋੜ ਨਹੀਂ ਹੈ। ਜੇ ਕਲਮ ਹੈ, ਕਲਮ ਨਾਲ ਵਾਹਿਗੁਰੂ ਜੀ ਦੀ ਵਡਿਆਈ ਕਰੀਏ, ਵਾਹਿਗੁਰੂ ਜੀ ਦੀ ਕੀਰਤੀ ਕਰੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਪੌੜੀ 6ਵੀਂ ਪੌੜੀ ਦੇ ਰਾਹੀਂ ਜੋ ਸਾਨੂੰ ਉਪਦੇਸ਼ ਦਿੱਤਾ, ਉਹਦਾ ਸਾਰ ਇਹ ਹੈ ਕਿ ਜ਼ਿੰਦਗੀ ਦੇ ਅੰਦਰ ਵਾਹਿਗੁਰੂ ਜੀ ਦੇ ਗੁਣ ਗਾਉਣਾ ਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ। ਇਹਦੇ ਵਿੱਚ ਹੀ ਸਾਡੀ ਜ਼ਿੰਦਗੀ ਦੀ ਸਫਲਤਾ ਹੈ। ਪਰਮਾਤਮਾ ਰਿਜ਼ਕ ਸਾਨੂੰ ਆਪਣੇ ਆਪ ਦੇ ਹੀ ਜਾ ਰਿਹਾ ਹੈ। ਮੰਗਣਾ ਉਹਦੇ ਪਾਸੋਂ ਹੈ, ਹੋਰ ਕਿਸੇ ਪਾਸੋਂ ਨਹੀਂ ਮੰਗਣਾ। ਜਦੋਂ ਵੀ ਮੰਗਣਾ ਹੈ, ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਸਤਿਗੁਰੂ ਜੀ ਕਹਿੰਦੇ ਜਿਉਂ-ਜਿਉਂ ਉਹਦੀ ਕੀਰਤੀ ਕਰਾਂਗੇ, ਜਿਉਂ-ਜਿਉਂ ਉਹਦੇ ਗੁਣ ਗਾਵਾਂਗੇ, ਵਡਿਆਈ ਵੱਡਾ ਪਾਇਆ, ਵਡਿਆਈਆਂ ਕਰਕੇ ਉਹਨੂੰ ਆਪਾਂ ਪਾ ਸਕਦੇ ਹਾਂ। ਪਰਮਾਤਮਾ ਨੂੰ ਪਾਉਣ ਦਾ ਹੋਰ ਕੋਈ ਸਾਧਨ ਨਹੀਂ ਹੈ, ਇੱਕੋ ਇੱਕ ਸਾਧਨ ਹੈ ਕਿ ਪਰਮਾਤਮਾ ਦੇ ਗੁਣ ਗਾਓ। ਸਤਿਗੁਰੂ ਜੀ ਦੇ ਇਹ ਪਾਵਨ ਬਚਨ ਮਿਲ ਕੇ ਯਾਦ ਕਰੀਏ। ਗੋਬਿੰਦ ਦੇ ਗੁਣ ਹਰ ਮਨੁੱਖ ਗਾ ਸਕਦਾ ਹੈ। ਕੋਈ ਤੱਕੜੀ ਤੋਲਣ ਵਾਲਾ ਜੇ ਪੂਰਾ ਤੋਲ ਰਿਹਾ ਤੇ ਉਹ ਗੋਬਿੰਦ ਦੇ ਗੁਣ ਗਾ ਰਿਹਾ।
ਕਲਮ ਨਾਲ ਲਿਖਣ ਵਾਲਾ ਜੇ ਸੱਚ ਦੀ ਗੱਲ ਲਿਖ ਰਿਹਾ ਤੇ ਗੋਬਿੰਦ ਦੇ ਗੁਣ ਗਾ ਰਿਹਾ। ਹੱਥ ਵਿੱਚ ਕਿਰਪਾਨ ਫੜ ਕੇ ਜੇ ਕੋਈ ਮਨੁੱਖਤਾ ਦੀ ਰੱਖਿਆ ਲਈ, ਮੁਲਕ ਦੀ ਰੱਖਿਆ ਲਈ ਜੂਝਦਾ ਤੇ ਉਹ ਗੋਬਿੰਦ ਦੇ ਗੁਣ ਗਾ ਰਿਹਾ। ਪਰ ਜਦੋਂ ਆਪਾਂ ਇਹਨਾਂ ਸਾਧਨਾਂ ਦੇ ਰਾਹੀਂ ਸੱਚਾਈ ਤੋਂ ਦੂਰ ਜਾਂਦੇ ਆ, ਸਤਿਗੁਰੂ ਜੀ ਕਹਿੰਦੇ ਇਹ ਚੀਜ਼ਾਂ ਸੜ ਜਾਣੀਆਂ ਚਾਹੀਦੀਆਂ ਨੇ। ਸਤਿਗੁਰੂ ਜੀ ਮਿਹਰ ਕਰ, ਗੁਰੂ ਕਾ ਇਹ ਪਾਵਨ ਉਪਦੇਸ਼ ਸਾਡੇ ਹਿਰਦੇ 'ਚ ਵਸੇ ਜੀ। ਆਪਾਂ ਜ਼ਿੰਦਗੀ ਅੰਦਰ ਗੁਰਬਾਣੀ ਦੀ ਰੋਸ਼ਨੀ ਚੱਲਦੇ ਆ, ਜਿੱਥੇ ਆਪ ਜਿੱਥੇ ਵੀ ਬੈਠੇ ਆ, ਜਿੱਥੇ ਵੀ ਸਤਿਗੁਰੂ ਜੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ, ਭਾਵੇਂ ਦੁਕਾਨ ਤੇ ਬੈਠੇ ਆ, ਭਾਵੇਂ ਕਿਸੇ ਦਫ਼ਤਰ 'ਚ ਬੈਠੇ ਆ, ਜੋ ਵੀ ਕਰਮ ਆਪਾਂ ਕਰ ਰਹੇ ਆ, ਜੇ ਉੱਥੇ ਸੱਚਾਈ ਦੇ ਮਾਰਗ ਤੇ ਚੱਲਾਂਗੇ ਤੇ ਇਹ ਗੋਬਿੰਦ ਦੇ ਗੁਣ ਗਾਉਣ ਦਾ ਮਾਰਗ ਹੈ। ਆਪਾਂ ਜ਼ਿੰਦਗੀ ਅੰਦਰ ਇਹੋ ਜਿਹੇ ਕਲਮਾਂ ਵਾਲੇ ਪੈਦਾ ਕਰੀਏ ਜਿਹੜੇ ਸੱਚ ਦੀ ਗੱਲ ਲਿਖ ਸਕਣ, ਜਿਹੜੇ ਸਮਾਜ ਦੀ ਸੇਵਾ ਦੀ ਗੱਲ, ਜਿਨ੍ਹਾਂ ਤੋਂ ਨੌਜਵਾਨੀ ਨੂੰ ਚੰਗੀ ਸੇਧ ਮਿਲੇ, ਇਹੋ ਜਿਹੇ ਕਲਮਾਂ ਵਾਲਿਆਂ ਦੀ ਲੋੜ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਖਰੀ ਪੰਕਤੀਆਂ ਭਾਈ ਸਾਹਿਬ ਜੀ ਪੜ੍ਹ ਰਹੇ ਨੇ, ਉਪਰੰਤ ਆਪਾਂ ਸਮਾਪਤੀ ਕਰਾਂਗੇ। ਦਾਸ ਦੀ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀਓ। ਹਰ ਕੀ ਵਡਿਆਈ ਵੱਡੀ ਹੈ, ਜਾਨਾ ਸੁਣੀ ਕਹਿਆ ਚੁਗਲ ਕਾ। ਹਰ ਕੀ ਵਡਿਆਈ ਵੱਡੀ ਹੈ, ਪੁੱਛਿਆ ਦਾਨ ਦੇਵ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ